ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਜਿਹੜੇ ਵੀਰ ਸਾਡੇ ਨਾਲ ਹੁਣੇ ਜੁੜੇ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਕਿ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਜੇਕਰ ਸਵਾਲਾਤ ਨੇ ਉਹ ਵੀ ਜ਼ਰੂਰ ਲਿਖਿਆ ਕਰੋ। ਤੁਹਾਡੇ ਸਵਾਲਾਤ ਅਗਲੇ ਪ੍ਰੋਗਰਾਮ ਦੇ ਵਿੱਚ ਲਿਆ ਜਾ ਕਰਨਗੇ। ਹਰ ਤਰ੍ਹਾਂ ਦੇ ਅਕਾਊਂਟਸ, ਬੁੱਕ ਕੀਪਿੰਗ ਜਾਂ ਫਿਰ ਤੁਸੀਂ ਨਵਾਂ ਬਿਜ਼ਨਸ ਰਜਿਸਟਰਡ ਕਰਾਉਣਾ ਤਾਂ ਹਮੇਸ਼ਾ ਯਾਦ ਰੱਖੋ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ। ਇਹਨਾਂ ਦੀ ਲੋਕੇਸ਼ਨ ਹੈ ਜੀ 24915 104 ਐਵਨਿਊ ਸਾਊਥ ਈਸਟ ਕੈਂਟ, ਵਾਸ਼ਿੰਗਟਨ ਦੇ ਵਿੱਚ। ਫ਼ੋਨ ਨੰਬਰ ਹੈ 2535208886। ਸ਼ੇਅਰਟੈਲ ਦੀ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਚੰਗੇ ਬੋਨਸ ਦੇ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਸੰਪਰਕ ਕਰੋ ਜਗਦੇਵ ਸੰਧੂ ਹੋਰਾਂ ਨੂੰ 2532666924 ਅਤੇ ਗੁਰਵਿੰਦਰ ਧਾਲੀਵਾਲ ਹੋਰਾਂ ਨੂੰ 2063544060 'ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਕਰਾਉਣੀ ਹੈ ਤਾਂ ਵਾਸ਼ਿੰਗਟਨ ਦੇ ਵਿੱਚ ਹਮੇਸ਼ਾ ਯਾਦ ਰੱਖੋ ਗੁਰਿੰਦਰ ਗਰੇਵਾਲ ਨੂੰ 206-941 5454 ਦੇ ਉੱਤੇ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਮਣੀਪੁਰ ਦੀ ਗੱਲ ਕਰਨੀ ਹੈ, ਰਾਜ ਹਰਿਆਣੇ ਦੀ ਗੱਲ ਕਰਨੀ ਹੈ, ਪਰ ਆਪਾਂ ਥੋੜ੍ਹੀ ਜਿਹੀ ਪੰਜਾਬ ਦੀ ਇੱਕ ਵੱਡੀ ਡਿਵੈਲਪਮੈਂਟ ਹੈ ਜਿਹੜੀ ਪੰਜਾਬ ਦੇ ਵਿੱਚ NIA ਨੇ ਲਗਾਤਾਰ ਛਾਪੇਮਾਰੀ ਕੀਤੀ ਹੈ। ਕੱਲ੍ਹ ਦਿਨ ਚੜ੍ਹਦੇ ਤੋਂ ਲੈ ਕੇ ਆਥਣ ਤੱਕ ਕਿਸੇ ਦਾ ਮੋਬਾਈਲ ਲੈ ਗਈ, ਕਿਸੇ ਦਾ ਕੁਛ ਲੈ ਗਈ, ਕਿਸੇ ਨੂੰ ਦਿੱਲੀ ਸੱਦ ਲਿਆ। ਇੱਥੋਂ ਤੱਕ ਕਿ ਖਾਲਸਾ ਏਡ ਜਿਹੜੀ ਹੈ ਉਹਦੇ ਭਾਰਤ ਸਥਿਤ ਹੈੱਡਕੁਆਟਰ ਜਿਹੜਾ ਪਟਿਆਲੇ ਵਿਖੇ ਹੈ, ਉੱਥੇ ਵੀ ਜਿਹੜੀ ਹੈ ਰੇਡ ਕੀਤੀ ਗਈ ਹੈ ਜੀ। ਬਿਲਕੁਲ ਦਾਨੇੜੀਆ ਸਾਹਿਬ, ਜਿਹੜਾ NIA ਨੇ ਇਹ ਆਪਰੇਸ਼ਨ ਕੀਤਾ ਹੈ, ਕੱਲ੍ਹ ਤੱਕ ਆਪਾਂ ਭੁਲੇਖੇ ਦੇ ਵਿੱਚ ਸੀ, ਇਹ ਨਹੀਂ ਪਤਾ ਸੀ ਵੀ ਕੀ ਉਹ ਕਰ ਰਹੇ ਜੀ। ਖਾਸ ਕਰਕੇ ਹੈਰਾਨੀ ਉਸ ਵੇਲੇ ਹੋਈ ਸੀ ਜਦੋਂ ਖਾਲਸਾ ਏਡ ਦੇ ਹੈੱਡਕੁਆਟਰ ਦੇ ਉੱਤੇ ਰੇਡ ਕੀਤੀ ਗਈ। ਖਾਲਸਾ ਏਡ ਦੇ ਉੱਤੇ ਇਹ ਇਲਜ਼ਾਮ ਤਾਂ ਲੱਗਦੇ ਆ ਕਈ ਵਾਰੀ, ਕੁਛ ਕੱਟੜ ਲੋਕ ਲਾ ਦਿੰਦੇ ਕਿ ਤੁਸੀਂ ਇਕੱਲੇ ਲੰਗਰਾਂ 'ਤੇ ਹੀ ਲੱਗੇ ਰਹਿੰਦੇ ਹੋ, ਤੁਸੀਂ ਉਹਨਾਂ ਲੋਕਾਂ ਨੂੰ ਵੀ ਲੰਗਰ ਛਕਾਈ ਜਾਂਦੇ ਹੋ ਜਿਹੜੇ ਲੋਕ ਸਿੱਖਾਂ ਦੇ ਦੁਸ਼ਮਣ ਹੈ ਜੀ। ਪਰ ਮੇਰੇ ਖਿਆਲ ਮੁਤਾਬਕ ਇਹਨੂੰ ਮੈਂ ਇਲਜ਼ਾਮ ਨਹੀਂ ਸਮਝਦਾ, ਮੈਂ ਉਹਨਾਂ ਦੀ ਇਕੁਐਲਿਟੀ ਸਮਝਦਾ। ਕਿਉਂਕਿ ਖਾਲਸਾ ਏਡ ਜੇ ਲੰਗਰ ਲਾਉਂਦਾ ਹੈ, ਹਰ ਦੁਖੀ ਜਿਹੜਾ ਪੀੜਤ ਬੰਦਾ ਉਹਦੀ ਮਦਦ ਕਰਦਾ ਹੈ ਜੀ, ਤਾਂ ਇਹ ਸਾਡੇ ਜਿਹੜੇ ਸਿੱਖ ਗੁਰੂ ਸਾਹਿਬਾਨ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਜੀ, ਤੇ ਉਸ ਤੋਂ ਬਾਅਦ ਜਿਹੜੀ ਸਾਡੀ ਗੁਰਬਾਣੀ ਹੈ, 11ਵੇਂ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ, ਇਹਦੇ 'ਚ ਜੋ ਸਿੱਖਿਆ ਮਿਲੀ ਹੈ, ਜੋ ਸੰਸਕਾਰ ਮਿਲੇ ਹੈ, ਉਹਦੇ ਮੁਤਾਬਕ ਉਹ ਉਹਦੇ 'ਤੇ ਪਹਿਰਾ ਦਿੰਦੇ ਹੈ ਜੀ। ਵਿਚਾਰਧਾਰਕ ਤੌਰ 'ਤੇ ਕਿਸੇ ਦੀ ਵਿਚਾਰਧਾਰਾ ਕੁਛ ਵੀ ਹੋਵੇ, ਲੇਕਿਨ ਜਦੋਂ ਕਿਤੇ ਵੀ ਕੋਈ ਮੁਸੀਬਤ ਪੈਂਦੀ ਹੈ, ਚਾਹੇ ਉਹ ਸੀਰੀਆ ਦੇ ਵਿੱਚ ਹੋਵੇ, ਚਾਹੇ ਉਹ ਮਿਆਂਮਾਰ ਦੇ ਵਿੱਚ ਹੋਵੇ, ਕਿਤੇ ਵੀ ਹੋਵੇ, ਤੇ ਖਾਲਸਾ ਏਡ ਵਾਲੇ ਜਾਂਦੇ ਹੈ ਜੀ। ਸੋ ਹੈਰਾਨੀ ਹੋਈ ਵੀ ਉਹਨਾਂ ਦੇ ਇਹ ਕਿਉਂ ਰੇਡ ਕੀਤੀ ਗਈ। ਦਿਨ ਭਰ ਕਾਫੀ ਚੱਲਦੀ ਰਹੀ। ਕੱਲ੍ਹ ਤੁਸੀਂ ਜ਼ਿਕਰ ਕੀਤਾ ਸੀ ਕਿ ਕੁਛ ਜਿਹੜੇ ਸ਼ਰਧਾਲੂ ਪਾਕਿਸਤਾਨ ਦੇ ਵਿੱਚ ਗਏ ਸੀ ਜੀ, ਉਹਨਾਂ ਦਾ ਵੀ ਜਿਹੜਾ ਹੈ ਉਹਨਾਂ ਨੇ ਜੀ ਕੱਚਾ ਚਿੱਠਾ ਪੜਤਾਲਣਾ ਸ਼ੁਰੂ ਕਰਤਾ ਕਿ ਤੁਸੀਂ ਦੱਸੋ ਜੀ ਤੁਹਾਡੇ ਨਾਲ ਕੌਣ ਗਏ, ਤਾਂ ਮੈਂ ਤੁਹਾਨੂੰ ਦੱਸਿਆ ਸੀ, ਮੈਂ ਕਿਹਾ ਆਪਾਂ ਵੀ ਤਾਂ ਜਾ ਕੇ ਆਏ ਹਾਂ। ਹੁਣ ਸਵਾਲ ਇਹ ਵੀ ਆਪਾਂ ਨੂੰ ਕਿਉਂ ਨਹੀਂ ਬੁਲਾਇਆ ਤੇ ਉਹਨਾਂ ਨੂੰ ਕਿਉਂ ਬੁਲਾ ਰਿਹਾ, ਹੁਣ ਇਹ ਵੇਖਣ ਵਾਲੀ ਗੱਲ ਹੈ ਜੀ। ਪਹਿਲੀ ਗੱਲ ਇਹ ਹੈ ਕਿ ਜਦੋਂ ਇਸ ਦੇਸ਼ ਦੇ ਵਿੱਚ CBI ਹੈ, ਇਸ ਦੇਸ਼ ਦੇ ਵਿੱਚ ਸੁਰੱਖਿਆ ਏਜੰਸੀ, ਆਪਣੇ ਤੁਹਾਡੇ ਖੁਫੀਆ ਏਜੰਸੀਆਂ ਬਹੁਤ ਹੈ, ਸੁਰੱਖਿਆ ਏਜੰਸੀਆਂ ਵੀ ਬਹੁਤ ਹੈ। NIA ਬਣਾਈ ਕਿਉਂ ਸੀ, ਇਹਦਾ ਕੰਮ ਕੀ ਸੀ ਜੀ, ਇਹਦਾ ਹੁਣ ਪਤਾ ਲੱਗਦਾ। ਕਿਉਂਕਿ ਆਪਾਂ ਨੈਗੇਟਿਵ ਦੀ ਬਜਾਏ ਪੋਜ਼ੀਟਿਵ ਗੱਲ ਵੀ ਦੇਖਣ ਵਾਲੀ ਹੁੰਦੀ ਹੈ। ਤੁਹਾਡੇ ਤਾਂ ਬੜੀ ਚੰਗੀ ਤਰ੍ਹਾਂ ਧਿਆਨ 'ਚ ਹੈ, ਆਪਾਂ ਕਵਰ ਕਰਦੇ ਰਹੇ ਹਾਂ ਕਿ ਜਦੋਂ ਪਾਕਿਸਤਾਨ ਦੇ ਦਹਿਸ਼ਤਗਰਦ ਸਮੁੰਦਰੀ ਰਸਤੇ ਜੀ ਬੰਬੇ ਆ ਗਏ ਸੀ, ਬਿਲਕੁਲ, ਔਰ ਬੰਬੇ ਆ ਕੇ ਉਹਨਾਂ ਨੇ ਟਾਰਗੇਟ ਕੀਤਾ ਸੀ ਵੱਖ-ਵੱਖ ਟਿਕਾਣਿਆਂ ਨੂੰ, ਸਿੱਧਾ ਹੀ ਟਿਕਾਣੇ ਨੂੰ ਕੀਤਾ ਸੀ, ਤੇ ਉਹਦੇ 'ਤੇ ਮਤਲਬ ਵੀ 5-7 ਬੰਦੇ ਸੀ। 5-7 ਬੰਦਿਆਂ ਨੇ ਫਿਰ ਜਿੱਡੀ ਤਬਾਹੀ ਮਚਾਈ ਹੈ, 100 ਤੋਂ ਉੱਪਰ ਲੋਕ ਜਿਹੜੇ ਆ ਉਹ ਮਾਰੇ ਗਏ ਸੀ ਜੀ, ਜਿਹਦੇ ਵਿੱਚ ਮੇਰੇ ਹੁਣ ਨਾਂ ਭੁੱਲ ਗਿਆ, ਇੱਕ ਬੜਾ ਕਾਬਲ ਜਿਹੜਾ ਸੀ ਪੁਲਿਸ ਅਫਸਰ ਵੀ ਮਾਰਿਆ ਗਿਆ ਸੀ, ਉਹ ਵੀ ਮਾਰਿਆ ਗਿਆ ਸੀ। ਤਾਜ ਹੋਟਲ ਜਿਹੜਾ ਸੰਸਾਰ ਪ੍ਰਸਿੱਧੀ ਵਾਲਾ ਹੋਟਲ ਹੈ, ਉਸ ਹੋਟਲ ਦੇ ਵਿੱਚ ਕੀ ਹੋ ਰਿਹਾ ਸੀ ਜੀ, ਤੇ ਜਿਵੇਂ ਹਰਲ ਕਰਦੇ ਫਿਰਦੇ ਸੀ, ਉਸ ਵੇਲੇ ਉਹਨਾਂ ਨੂੰ ਜਿਹੜੀਆਂ ਡਾਇਰੈਕਸ਼ਨਸ ਮਿਲ ਰਹੀਆਂ ਸੀ ਪਾਕਿਸਤਾਨ 'ਚੋਂ। ਕਈ ਚੀਜ਼ਾਂ ਆਪਾਂ ਭੁੱਲ ਜਾਂਦੇ ਹਾਂ ਕਿ ਸਾਡੀ ਜਿਹੜੀ ਹੈਗੀ ਹੈ ਨੈਸ਼ਨਲ ਰਿਸਪੋਂਸੀਬਿਲਿਟੀ ਕੀ ਹੈ ਜੀ। ਜਦੋਂ ਆਪਾਂ ਕੋਈ ਕੰਮ ਕਰਦੇ ਨੇ ਉਦੋਂ ਅਸੀਂ ਕਹਿੰਦੇ ਕਿ ਅਸੀਂ ਆਜ਼ਾਦ ਹਾਂ, ਸਾਨੂੰ ਇਹ ਕੰਮ ਕਰਨ ਦਾ ਅਖਤਿਆਰ ਮਿਲਿਆ ਹੋਇਆ ਹੈ, ਕਨਸਟੀਟਿਊਸ਼ਨ ਸਾਨੂੰ ਅਖਤਿਆਰ ਦਿੰਦਾ। ਆਪਾਂ ਜਦੋਂ ਕਵਰੇਜ ਵਾਲੇ ਮਾਮਲੇ 'ਚ ਪੈਂਦੇ ਜੀ,
ਆਪਾਂ ਦੇਖਿਆ ਉਸ ਵੇਲੇ ਬੜੇ ਵੱਡੇ ਵੱਡੇ ਜਰਨਲਿਸਟ ਆ ਜਿਹੜੇ ਉਹ ਮੂਧੇ ਪੈ ਕੇ ਜੀ ਆਹ ਦੇਖੋ ਜੀ ਇੱਧਰ ਦੀ ਗਿਆ ਬੰਦਾ ਗੋਲੀ, ਉਹ ਚੱਲ ਗਈ ਜੀ, ਇੱਧਰ ਦੀ ਚੱਲ ਗਿਆ। ਉਹ ਕਹਿ ਰਹੇ ਸੀ ਤੇ ਜਿਹੜੇ ਉਹਨਾਂ ਕੋਲ ਟੈਲੀਫੋਨ ਸੀ ਉਹਨਾਂ ਦੇ ਹੈਂਡਲਰ ਪਾਕਿਸਤਾਨ ਦੇ ਵਿੱਚ ਉਹਨਾਂ ਨੂੰ ਸੁਚੇਤ ਕਰ ਰਹੇ ਸੀ। ਸਭ ਤੋਂ ਵੱਡੀ ਗੱਲ ਤਾਂ ਜਿਹੜਾ ਮੀਡੀਆ ਨੇ ਰੋਲ ਪਲੇ ਕੀਤਾ, ਉਦੋਂ ਮੈਂ ਇੰਡੀਆ ਟੀਵੀ 'ਚ ਹੁੰਦਾ ਸੀ ਐਂਡ ਫਾਈਨਲੀ ਫਿਰ ਮੈਨੂੰ, ਕਿਉਂਕਿ ਮੈਂ ਡਿਫੈਂਸ ਅਟੈਚੀ ਦੇ ਤੌਰ ਦੇ ਉੱਤੇ ਜਰਨਲਿਜ਼ਮ ਡਿਫੈਂਸ ਅਟੈਚਮੈਂਟ ਲਾਈ ਹੈ, ਉਦੋਂ ਫਿਰ ਇੱਕਦਮ ਕਹਿਣਾ ਪਿਆ ਕਿ ਜਿਹੜਾ ਹੈਲੀਕਾਪਟਰ ਉੱਤੇ ਮੰਡਰਾ ਰਿਹਾ ਉਹਦਾ ਜਿਹੜਾ ਆਪਣੇ ਨੰਬਰ ਆ ਉਹ ਕੀ ਕਹਿੰਦੇ ਬਲਰ ਕਰੋ, ਫਿਰ ਡੈਫਰ ਕਰੋ। ਇੰਡੀਆ ਟੀਵੀ ਪਹਿਲਾ ਸੀ ਜਿਹਨੇ 10 ਮਿੰਟ ਡੈਫਰ ਚਲਾਇਆ ਸੀ, ਫਿਰ ਬਾਅਦ 'ਚ ਸਾਰਿਆਂ ਨੇ ਚਲਾਇਆ। ਉਹ ਤਾਂ ਉੱਧਰ ਬੈਠੇ ਦੇਖੀ ਜਾਂਦੇ ਸੀ, ਇੱਧਰੋਂ ਪਟਾਕੇ ਪਾਈ ਜਾਂਦੇ ਸੀ। ਨਹੀਂ, ਉਹ ਤਾਂ ਸਾਡੇ ਵਾਲੇ ਦਿਖਾਈ ਜਾਂਦੇ ਸੀ ਨਾ ਵੀ ਆਹ ਦੇਖੋ ਜੀ ਕੀ ਹੈ, ਉਹ ਪਟਾਕੇ ਪਈ ਉਹਨਾਂ ਨੂੰ ਦੱਸੀ ਜਾਂਦੇ ਸੀ ਵੀ ਆਹ ਕਰੋ ਆਹ ਕਰੋ। ਜ਼ਿਆਦਾ ਨੁਕਸਾਨ ਹੋਣ ਦਾ ਕਾਰਨ ਜਿਹੜਾ ਉਹਦੇ ਵਿੱਚ ਉਹ ਜ਼ਿੰਮੇਵਾਰ ਉਹਦੇ 'ਚ ਮੀਡੀਆ ਸੀ, ਮੀਡੀਆ ਦੀ ਗੈਰ ਜ਼ਿੰਮੇਵਾਰੀ। ਹੁਣ ਉਸ ਵੇਲੇ ਜਦੋਂ ਇਹ ਸਾਰਾ ਕੁਝ ਹੋ ਗਿਆ, ਵਾਪਰ ਗਿਆ, ਤੇ ਫਿਰ ਠੰਡੇ ਦਿਮਾਗ ਨਾਲ ਕੁਝ ਲੋਕਾਂ ਨੇ ਸੋਚਿਆ ਵੀ ਕੀ ਕਰੀਏ ਜੀ। ਅਸੀਂ ਜਿਹੜੇ ਡੈਮੋਕ੍ਰੈਟਿਕ ਲੋਕ ਹੁੰਦੇ, ਆਪਣੇ ਵਰਗੇ ਲੋਕ, ਆਪਾਂ ਏਜੰਸੀਆਂ ਦੀ ਜਿਹੜੀ ਦਖਲਅੰਦਾਜ਼ੀ ਹੈ, ਏਜੰਸੀਆਂ ਦੀ ਬਣਤਰ ਹੈ, ਉਹਦੇ 'ਤੇ ਇਤਰਾਜ਼ ਪ੍ਰਗਟ ਕਰਦੇ ਹਾਂ, ਪਰ ਕਈ ਵਾਰੀ ਲੋੜ ਪੈ ਜਾਂਦੀ ਹੈ ਕਿ ਇਹ ਗੱਲ ਜ਼ਰੂਰੀ ਹੈ। ਫਿਰ ਉਦੋਂ ਇਹ ਨੋਟ ਕੀਤਾ ਗਿਆ ਕਿ ਜਿਹੜੀਆਂ ਟੈਰਰਿਸਟ ਐਕਟੀਵਿਟੀਜ਼ ਹੈ, ਟੈਰਰਿਸਟ ਦਾ ਭਾਵ ਇਕੱਲਾ ਇਹ ਨਹੀਂ ਹੁੰਦਾ ਕਿ ਆਪਣੇ ਦੇਸ਼ ਦੇ ਅੰਦਰੋਂ ਜੇ ਕੋਈ ਨਾਰਾਜ਼ ਹੈ ਤੁਹਾਡੇ ਨਾਲ, ਜੇ ਕਿਸੇ ਭਾਈਚਾਰੇ ਨੂੰ ਅਸੀਂ ਇੰਨਾ ਠਿੱਠ ਕਰਤਾ, ਉਹਨੂੰ ਇਹਦੇ 'ਚ ਇੰਨੀ ਬੇਗਾਨਗੀ ਪਰਤੀ ਕਿ ਉਹਦੇ ਵਿੱਚੋਂ ਕੁਝ ਐਲੀਮੈਂਟ, ਕੁਝ ਜਿਹੜੇ ਨੌਜਵਾਨ ਹੈ ਉਹ ਦੂਜੇ ਪਾਸੇ ਨੂੰ ਤੁਰ ਪੈਣ, ਆਪਾਂ ਉਹਨਾਂ ਨੂੰ ਟੈਰਰਿਸਟ ਕਹਿ ਦਿੰਦੇ ਹਾਂ ਸਾਡੇ ਦੇਸ਼ ਦੇ ਵਿੱਚ। ਲੇਕਿਨ ਟੈਰਰਿਸਟ ਦਾ ਮਤਲਬ ਇਕੱਲਾ ਇਹ ਨਹੀਂ ਹੁੰਦਾ, ਟੈਰਰਿਸਟ ਬਾਹਰਲੇ ਵੀ ਹੁੰਦੇ, ਜਿਹੜੇ ਬਾਹਰਲੇ ਲੋਕ ਆਉਂਦੇ ਆ, ਬਾਹਰੋਂ ਆ ਕੇ ਲੋਕ ਜਿਹੜੀ ਜਿਸ ਤਰ੍ਹਾਂ ਦੀ ਗੱਲ ਕਰਦੇ ਹੈ ਉਹ ਅੱਗੇ ਗੱਲ ਕਰਦੇ, ਤੇ ਇੱਥੇ ਟੈਰਰਿਸਟ ਜਿਹੜੇ ਹੈਗੇ ਆ ਉਹ ਬਾਹਰਲੇ ਟੈਰਰਿਸਟ ਸੀ ਜੀ। ਫਿਰ ਇਹ ਮਹਿਸੂਸ ਕੀਤਾ ਗਿਆ ਕਿ ਜਿਹੜੀ ਟੈਰਰਿਜ਼ਮ ਨਾਲ ਸੰਬੰਧਿਤ ਤਫਤੀਸ਼ਾਂ ਜੀ, ਉਹ ਤਫਤੀਸ਼ਾਂ ਕਰਨ ਦੇ ਵਿੱਚ ਬੜਾ ਅੜਿੱਕਾ ਪੈਂਦਾ ਹੈ। ਮਸਲਨ ਪੰਜਾਬ ਦੇ ਕਿਸੇ ਟੈਰਰਿਸਟ ਦੀ ਪੈਡ ਸੁੰਗਲੀ ਜੀ, ਉਹ ਚਲਾ ਗਿਆ ਮਹਾਰਾਸ਼ਟਰ ਦੇ ਵਿੱਚ, ਸਾਡੀ ਫੋਰਸ ਉੱਥੇ ਚਲੀ ਗਈ, ਉੱਥੇ ਜਾਂਦਿਆਂ ਉਹਨਾਂ ਨੂੰ ਕੋਆਪਰੇਸ਼ਨ ਮਿਲਦੀ ਹੈ ਨਹੀਂ ਮਿਲਦੀ, ਉਹਨਾਂ ਦਾ ਅਧਿਕਾਰ ਖੇਤਰ ਕੀ ਹੈ, ਉਹਨਾਂ ਤੋਂ ਮਿਲਦੀ ਹੈ ਨਹੀਂ ਮਿਲਦੀ। ਇਹ ਫਿਰ ਉਹਨਾਂ ਨੇ ਬਣਾਇਆ ਕਿ ਕੋਈ ਇੱਕ ਅਜਿਹੀ ਏਜੰਸੀ ਬਣਾਈ ਜਾਵੇ ਜਿਹੜੀ ਇੰਟਰਨਲ ਤੇ ਐਕਸਟਰਨਲ ਦੋਨਾਂ ਦੇਖੇ। ਰਾਹ ਬਾਰੇ ਆਪਣੇ ਬਹੁਤ ਸਾਰੇ ਲੋਕ ਕਹਿੰਦੇ ਜੀ, ਹੁਣ ਗੱਲ ਕਰਦੇ ਹੁੰਦੇ ਆਈਬੀ ਦੀ, ਆਈਬੀ ਇੰਟਰਨਲ ਜਿਹੜੀ ਹੈਗੀ ਇੰਟੈਲੀਜੈਂਸ ਹੈ, ਉਹਦਾ ਬਾਹਰ ਕੰਮ ਨਹੀਂ ਹੈਗਾ ਕੋਈ, ਲੇਕਿਨ ਅਫਸਰ ਉਹੀ ਹੁੰਦੇ, ਉਹ ਕਦੇ ਰਾਤ 'ਚ ਆ ਜਾਂਦੇ, ਕਦੇ ਉਧਰ ਆ ਜਾਂਦੇ, ਕਿਉਂਕਿ ਮੋਸਟਲੀ ਉਹਨਾਂ ਦਾ ਕੰਮ ਖੁਫੀਆ ਹੈ, ਮੋਸਟਲੀ ਉਹਨਾਂ 'ਚੋਂ IPS ਹੁੰਦੇ, ਉਹਨਾਂ ਦੇ ਅੱਡੋ-ਅੱਡੀ ਫਿਰ ਬ੍ਰਾਂਚਾਂ ਬਣ ਜਾਂਦੀਆਂ, ਜਿਹੜੇ ਬੰਦੇ ਨੇ ਜਿੱਥੇ ਤਜਰਬਾ ਹੋ ਜਾਂਦਾ ਹੈ ਉਹੀ ਰਾਤ ਚਲੇ ਜਾਂਦੇ, ਉਹੀ ਉਧਰ ਆ ਜਾਂਦੇ। ਲੇਕਿਨ ਉਹਨਾਂ ਦਾ ਕੰਮ ਹੈ, ਰਾਹ ਦਾ ਕੰਮ ਹੈ ਦੇਸ਼ ਤੋਂ ਬਾਹਰਲਾ ਜੀ, ਦੇਸ਼ ਦੇ ਬਾਹਰ ਉਹਨਾਂ ਨੇ ਭਾਰਤ ਦਾ ਸਾਰਾ ਹਿਸਾਬ ਕਿਤਾਬ ਦੇਖਣੇ। ਜਿਹੜੀ ਹੈਗੀ ਹੈ ਤੁਹਾਡੀ IB ਇੰਟੈਲੀਜੈਂਸ, CIB ਕਹਿੰਦੇ ਵੈਸੇ ਉਹਨੂੰ, ਸੈਂਟਰਲ ਇੰਟੈਲੀਜੈਂਸ ਬਿਊਰੋ, ਉਹਨੇ ਭਾਰਤ ਦਾ ਅੰਦਰਲਾ ਦੇਖਣੇ। ਜਿੱਥੋਂ ਤੱਕ NIA ਦਾ ਸੰਬੰਧ ਹੈ, NIA ਨੇ ਹੋਰ ਕੁਝ ਨਹੀਂ ਕਰਨਾ, ਇਹਦਾ ਕੰਮ ਸਿਰਫ ਤੇ ਸਿਰਫ ਜਿਹੜਾ ਹੈਗਾ ਟੈਰਰਿਜ਼ਮ ਦੇ ਨਾਲ ਸੰਬੰਧਿਤ ਐਕਟੀਵਿਟੀਜ਼ ਹੈ, ਉਹਨੂੰ ਪੜਤਾਲਣਾ ਹੈ। ਅੱਜ ਹੁਣ ਇਹ ਗੱਲ ਜਦੋਂ ਸਵੇਰੇ ਮੈਨੂੰ, ਕਿਉਂਕਿ ਮੈਂ ਕੱਲ੍ਹ ਤੁਹਾਨੂੰ ਕਿਸੇ ਪੜ੍ਹਿਆ ਨਹੀਂ, ਆਪਾਂ ਬਗੈਰ ਪੜ੍ਹਨ ਤੋਂ ਕੁਝ ਕਰ ਨਹੀਂ ਸਕਦੇ, ਬਹੁਤੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਵੈਬ 'ਤੇ ਆਉਂਦੀਆਂ ਨਹੀਂ, ਸਾਈਟਾਂ 'ਤੇ ਨਹੀਂ ਆਉਂਦੀਆਂ। ਜਦੋਂ ਫਿਰ ਬਕਾਇਦਾ ਉਹਦਾ ਸਟੇਟਮੈਂਟ ਜਾਰੀ ਕੀਤੀ ਜਾਂਦੀ ਹੈ, ਜਾਂ ਪੱਤਰਕਾਰ ਆਪਣੇ ਪੱਧਰ ਦੇ ਉੱਤੇ, ਫਿਰ ਸਾਰਾ ਜਿਹੜੇ ਖੋਜੀ ਪੱਤਰਕਾਰ ਹੈ, ਜਾਂ ਜਿਨ੍ਹਾਂ ਦੇ ਕੋਲ ਸਾਧਨ ਬਹੁਤ ਜ਼ਿਆਦਾ ਹੈ, ਜਾਂ ਉਹਨਾਂ ਦੇ ਨਾਮ ਬਹੁਤ ਵੱਡੇ ਆ, ਤੁਹਾਨੂੰ ਸਾਡੀ ਤਾਂ ਕਈ ਵਾਰੀ ਟੈਲੀਫੋਨ ਸਾਡਾ SSP ਨਹੀਂ ਚੱਕਦਾ, ਪਰ ਉਹਨਾਂ ਬੰਦਿਆਂ ਨੂੰ ਤਾਂ ਫਿਰ ਤੁਹਾਨੂੰ ਪਤਾ ਵੀ ਹੋਮ ਸੈਕਟਰੀ ਤੱਕ ਤੇ ਐਕਸਟਰਨਲ ਅਫੇਅਰਸ ਮਿਨਿਸਟਰੀ ਵਾਲੇ ਉਹ ਵੀ ਕਰਦੇ ਆ। ਅੰਮ੍ਰਿਤਪਾਲ ਦੇ ਮਾਮਲੇ 'ਚ ਆਪਾਂ ਦੇਖਿਆ ਕਿ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਖਬਰਾਂ ਲੱਗਦੀਆਂ ਸੀ ਦਿੱਲੀ ਡੇਟਲਾਈਨ ਨਾਲ, ਉਹ ਦਿੱਲੀ ਡੇਟਲਾਈਨ ਵਾਲੇ ਥੋੜ੍ਹਾ ਲੱਗਦੇ ਸੀ ਉਹਨਾਂ ਨੂੰ, ਉਹ ਫਿਰ ਦਿੰਦੇ ਹੁੰਦੇ ਸੀ ਕਿ ਭਾਈ ਤੁਸੀਂ ਆਹ ਲਿਖੋ, ਇਹ ਆਹ ਕਰ ਰਹੇ, ਆਹ ਕਰ ਰਹੇ, ਇਹ ਕਰ ਰਹੇ। ਸੋ ਇਹ ਜਿਹੜਾ ਸੀ ਮਾਮਲਾ ਪਤਾ ਲੱਗਿਆ ਫਿਰ ਕਿ ਇਨਫੈਕਟ ਪਿਛਲੇ ਦਿਨਾਂ ਦੇ ਵਿੱਚ ਜੀ ਜਿਹੜੀਆਂ 3-4 ਘਟਨਾਵਾਂ ਹੋਈਆਂ, ਖਾਸ ਕਰਕੇ ਜਦੋਂ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਹੁੰਦਾ ਹੈ ਪਾਕਿਸਤਾਨ 'ਚ ਜੀ, ਅਵਤਾਰ ਸਿੰਘ ਖੰਡਾ ਬੜੇ ਭੇਦ ਭਰੇ ਹਾਲਾਤ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਹਦੇ ਬਾਰੇ ਕਿਹਾ ਗਿਆ ਕਿ ਏਜੰਸੀਆਂ ਕਹਿੰਦੀਆਂ ਕਿ ਅਵਤਾਰ ਸਿੰਘ ਖੰਡਾ ਹੀ ਜੀ ਹੈਂਡਲਰ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ, ਇਹ ਗੱਲ ਕਹੀ ਗਈ। ਫਿਰ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਮਰਡਰ ਹੁੰਦਾ BC 'ਚ, ਸਰੀ ਚੀਫ ਸਰੀ। ਇਹ ਜਦੋਂ ਗੱਲਾਂ ਆ ਗਈਆਂ ਤੇ ਇਹਨਾਂ ਗੱਲਾਂ ਤੋਂ ਬਾਅਦ ਜਿਹੜੇ ਫਿਰ ਵਿਦੇਸ਼ਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਬੈਠੇ ਆ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਜੇ ਆਪਾਂ ਦੇਖੀਏ ਤਾਂ ਇਹਨਾਂ 'ਚ ਉਹ ਹੈ ਜਿਹੜੇ ਪੰਜਾਬ ਦੇ ਮਾੜੇ ਹਾਲਾਤਾਂ ਵੇਲੇ ਇੱਥੋਂ ਚਲੇ ਗਏ ਸੀ, ਔਰ ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਉਹ ਹੈ ਜਿਨ੍ਹਾਂ ਨੂੰ ਪੋਲੀਟੀਕਲ ਅਸਾਈਲਮ ਮਿਲੀ ਵੀ ਹੈ। ਕੁਛ ਲੋਕ ਉਹ ਹੈ ਜਿਹੜੇ ਇੱਧਰੋਂ ਜਾਂਦੇ ਆ ਅਤੇ ਉੱਥੇ ਫਿਰ ਉਹ ਵਾਤਾਵਰਨ ਦੇਖ ਕੇ ਉਹਦੇ ਮੁਤਾਬਕ ਜਦੋਂ ਇੱਧਰਲਾ ਸਿਸਟਮ ਦੇਖਦੇ ਆ, ਉੱਧਰਲਾ ਸਿਸਟਮ ਦੇਖਦੇ ਆ, ਉੱਥੋਂ ਦੀ ਉਹ ਦੇਖਦੇ ਆ ਵੀ ਜਿਹੜਾ ਉੱਥੋਂ ਦਾ ਕੰਸਟੀਟਿਊਸ਼ਨ ਦਾ ਜਿਹੜਾ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ,
ਆਪਣੇ ਤਾਂ ਹੁਣ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਜੇ ਤਾਂ ਸਰਕਾਰ ਦੇ ਹੱਕ ਵਿੱਚ ਹੈ ਤਾਂ ਕਹਿਣਗੇ ਕਰੀ ਚਲੋ ਨਹੀਂ ਤੇ ਜੇ ਸਰਕਾਰ ਨੂੰ ਕਟਹਿਰੇ 'ਚ ਖੜਾਂਗੇ ਤੇ ਨਾਲ ਦੀ ਨਾਲ ਹੀ ਉਦੋਂ ਪਤਾ ਲੱਗਦਾ ਜਦੋਂ NSA ਲਾ ਦਿੰਦੇ ਵੀ ਭਾਈ ਕੀ ਹੁਣ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਤੇ NSA ਲਾਏ ਹੁਣ ਦੱਸੋ ਉਹਨੇ ਕੀ ਕਰਨਾ ਢਾਤੀਆਂ ਬਿਲਕੁਲ ਸਹੀ। ਉਹਨੂੰ ਇਹੀ ਹੈ ਨਾ ਵੀ ਉਹ ਚੱਕ ਵੀ ਇਹਦੇ ਤੇ ਵੀ NSA ਲਾ ਦੇ ਮਤਲਬ ਉਹ ਇੱਥੇ ਉਹ ਲੱਗ ਜਾਂਦਾ ਉੱਥੇ ਜਾ ਕੇ ਜਦੋਂ ਲੋਕ ਦੇਖਦੇ ਆ ਸਾਡੇ ਲੋਕ ਜਾ ਕੇ ਦੇਖਦੇ ਆ ਵੀ ਯਾਰ ਇੱਥੇ ਤਾਂ ਬੰਦਾ ਆਪਣੀ ਗੱਲ ਕਰ ਸਕਦਾ। ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਸਾਡੇ ਸਫਾਰਤ ਖਾਨਿਆਂ ਦੇ ਉੱਤੇ ਜਾ ਕੇ ਉਹਨਾਂ ਨੇ ਚਲੋ ਜਿਹੜੇ ਪ੍ਰੋਟੈਸਟ ਕਰਨੇ ਸੀ ਤਾਂ ਕੀਤੇ ਜੀ ਉੱਥੇ ਕੁਝ ਇਸ਼ਤਿਹਾਰ ਲਾ ਗਏ ਜਿਨ੍ਹਾਂ ਇਸ਼ਤਿਹਾਰਾਂ ਦੇ ਵਿੱਚ ਜਿਹੜੇ ਸਾਡੇ ਗ੍ਰਹਿ ਮੰਤਰੀ ਹੈ ਮਿਸਟਰ ਅਮਿਤ ਸ਼ਾਹ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਉਹਦੇ ਵਿੱਚ ਜਿਹੜੇ ਹੈਗੇ ਆ ਸਾਡੇ NIA ਦੇ ਕੁਛ ਅਧਿਕਾਰੀਆਂ ਨੂੰ ਵੀ ਟਾਰਗੇਟ ਕੀਤਾ ਗਿਆ। ਇੱਥੋਂ ਤੱਕ ਕਿ ਜਿਹੜੇ ਬੰਦੇ ਉੱਥੇ ਸਫਾਰਤਖਾਨੇ ਦੇ ਵਿੱਚ ਕੰਮ ਕਰਦੇ ਹੈ ਜੀ ਸੀਨੀਅਰ ਅਧਿਕਾਰੀ ਉਹਨਾਂ ਦੇ ਤਾਂ ਨਾਂ ਲਿਖੇ ਗਏ ਕਿ ਇਹਨਾਂ ਬੰਦਿਆਂ ਨੇ ਇਹ ਸਾਰਾ ਕੁਛ ਕੀਤਾ ਸੀ, ਇਹਨਾਂ ਨੂੰ ਰਗੜਾ ਕੇ ਮਾਰਾਂਗੇ। ਸਾਡੇ ਜਿਹੜੇ ਫੋਰਨ ਮਿਨਿਸਟਰ ਹੈ ਡਾਕਟਰ S ਜੈ ਸ਼ੰਕਰ ਹੋਰਾਂ ਨੇ ਪ੍ਰੋਟੈਸਟ ਕੀਤਾ ਕੈਨੇਡਾ ਦੀ ਸਰਕਾਰ ਕੋਲ ਵੀ ਇਹ ਜੀ ਤੁਸੀਂ ਇੱਥੇ ਜਿਹੜੇ ਹੈਗੇ ਖਾਲਿਸਤਾਨੀ ਇੱਥੇ ਬਹੁਤੇ ਕੁਛ ਕਰਦੇ ਇਹਨਾਂ ਨੂੰ ਰੋਕੋ। ਕੈਨੇਡਾ ਦੀ ਸਰਕਾਰ ਨੇ ਕਹਿਤਾ ਨਹੀਂ, ਇੱਥੇ ਪੀਸਫੁਲ ਰਹਿ ਕੇ ਜੋ ਮਰਜ਼ੀ ਕਰ ਸਕਣ ਜੀ। ਇਹ ਸਾਡਾ ਕਨਸਟੀਟਿਊਸ਼ਨ ਸਾਡੀ ਡੈਮੋਕ੍ਰੇਸੀ ਇਸ ਕਿਸਮ ਦੀ ਅਸੀਂ ਕਿਸੇ ਨੂੰ ਰੋਕਾਂਗੇ ਨਹੀਂ। ਇੱਕ ਵਿਦੇਸ਼ ਮੰਤਰੀ ਨੂੰ ਇਸ ਤਰ੍ਹਾਂ ਸਿੱਧਾ ਜਵਾਬ ਦੇਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ। ਬਿਲਕੁਲ ਉਹਨਾਂ ਦੇ ਹਮਰੁਤਬਾ ਵੱਲੋਂ ਵੀ ਨਹੀਂ ਸੀ। ਸੋ ਉੱਥੇ ਜਿਹੜਾ ਕੁਛ ਹੋਇਆ ਕੀਤਾ ਕਰਾਇਆ ਉਹ ਆਪਦੀ ਥਾਂ ਤੇ ਕੁਛ ਲੋਕ ਉਹਨਾਂ ਦੇ ਵਿੱਚ ਜਿਵੇਂ ਹੁਣ ਸਾਡੇ ਪੜ੍ਹੇ ਹੈ ਪੜ੍ਹਨ ਵਾਲੇ ਕੁੜੀਆਂ ਮੁੰਡੇ ਗਏ ਆ ਉਹ ਪੜ੍ਹਨ ਵਾਲੇ ਮੁੰਡੇ ਕੁੜੀਆਂ ਵੀ ਯਾਰ ਹਾਂ ਸਾਡੇ ਨਾਲ ਇਮੋਸ਼ਨਲ ਹੋ ਜਾਂਦੇ ਇਮੋਸ਼ਨਲ ਹੋ ਕੇ ਉਹ ਵੀ ਮਤਲਬ ਉਹਦੇ 'ਚ ਆ ਜਾਂਦੇ। ਸੋ ਇਹ ਹੁਣ ਜਿਹੜੀ ਹੁਣ ਅਸਲ 'ਚ ਕਹਾਣੀ ਪਤਾ ਲੱਗਾ ਇਹ ਸਾਰਾ ਮਾਮਲਾ ਚਾਹੇ ਇੰਗਲੈਂਡ ਸੀ ਚਾਹੇ ਅਮਰੀਕਾ ਚਾਹੇ ਕੈਨੇਡਾ ਉੱਥੇ ਜੋ ਕੁਛ ਹੋਇਆ ਉਹਦੀ ਸਾਰੀ ਜਾਂਚ NIA ਨੇ ਕੀਤੀ ਹੈ। NIA ਦੀਆਂ ਟੀਮਾਂ ਗਈਆਂ ਸੀ ਉੱਥੇ ਉਹ ਟੀਮਾਂ ਦੇ ਜਾਣ ਤੋਂ ਬਾਅਦ ਵੀ ਕੌਣ ਬੰਦੇ ਉਹਦੇ ਵਿੱਚ ਹੈ ਉੱਥੇ ਉਹਨਾਂ ਨੇ ਕੁਛ ਬੰਦਿਆਂ ਦੀ ਸ਼ਨਾਖਤ ਕੀਤੀ ਹੈ ਤਸਵੀਰਾਂ ਤੋਂ। ਮੇਰੀ ਆਸਟ੍ਰੇਲੀਆ ਦੇ ਵਿੱਚ ਵੀ ਗੱਲ ਹੋਈ ਸੀ ਜਦੋਂ ਆਪਣੇ ਤੁਹਾਡਾ ਕੀ ਹੈ ਰੈਫਰੈਂਡਮ ਹੋ ਰਿਹਾ ਸੀ। ਰੈਫਰੈਂਡਮ ਦੇ ਮਾਮਲੇ ਦੇ ਵਿੱਚ ਉੱਥੇ ਆਪਣੇ ਲੋਕ ਝਗੜ ਪਏ ਸੀ ਉਹਦੇ ਵਿੱਚ ਕਾਫੀ ਸਾਰੇ ਬੰਦਿਆਂ ਦੀਆਂ ਜਿਹੜੀਆਂ ਹੈਗੀਆਂ ਤਸਵੀਰਾਂ ਆ ਗਈਆਂ ਸੀ ਤੇ ਉਹਨਾਂ ਦੇ ਕਾਨੂੰਨ ਤਾਂ ਬੜੇ ਸਖਤ ਹੈ। ਉਹਨਾਂ ਨੇ ਟਾਰਗੇਟ ਕਰ ਲਿਆ ਸੀ ਕਿ ਇਹਨਾਂ ਲੋਕਾਂ ਨੂੰ ਤੋੜੋ। ਉਦੋਂ ਇਹ ਕਈ ਵਾਰੀ ਆਪਾਂ ਦੇਖਦੇ ਨੇ ਆਪਾਂ ਤਸਵੀਰਾਂ ਬੜੇ ਚਾਅ ਨਾਲ ਖਿਚਾ ਲੈਂਦੇ ਵੀ ਇਸ ਤਾਂ ਬਾਹਰ ਬੈਠੇ ਪਰ ਉਹ ਬਾਹਰ ਬੈਠੇ ਨੂੰ ਹੀ ਨਹੀਂ ਪਤਾ ਹੁੰਦਾ ਕਿ ਮਾਪੇ ਤਾਂ ਤੁਹਾਡੇ ਉੱਥੇ ਬੈਠੇ ਬਿਲਕੁਲ ਤੁਹਾਡੀਆਂ ਜਾਇਦਾਦਾਂ ਤਾਂ ਉੱਥੇ ਹੀ ਹੈਗੀਆਂ ਕੱਲ੍ਹ ਨੂੰ ਤੁਹਾਨੂੰ ਬਲੈਕ ਲਿਸਟ 'ਚ ਪਾਉਣਗੇ ਤੇ ਫਿਰ ਤੁਹਾਡਾ ਕੀ ਬਣੂਗਾ। ਹੁਣ ਜਿਵੇਂ ਤੁਸੀਂ ਦੇਖੋ ਵੀ ਆ ਇੱਥੇ ਸੀ ਇੱਕ ਮੁੰਡੇ ਦਾ ਪਤਾ ਲੱਗਿਆ ਆਪਣਾ ਸਰਾਵਾਂ ਬੋਦਲਾ ਇੱਕ ਕਿਸਾਨ ਪਰਿਵਾਰ ਦਾ ਮੁੰਡਾ ਕਹਿੰਦੇ ਬਾਹਰੋਂ ਆਇਆ ਸੀ ਤੇ ਨਾਲ ਦੀ ਨਾਲ ਹੀ NIA ਵਾਲੇ ਪਹੁੰਚ ਗਏ। ਮੈਂ ਨਹੀਂ ਕਹਿੰਦਾ ਵੀ ਉਹ ਵਿਚਾਰਾ ਸੀ ਉਹਦੇ ਵਿੱਚ ਸੀ ਜਾਂ ਨਹੀਂ ਸੀ ਕੋਈ ਇਹੋ ਜਿਹੀਆਂ ਚੀਜ਼ਾਂ ਹੀ ਹੋਣਗੀਆਂ ਨਾ। ਸੋ NIA ਨੇ ਜਿਹੜੀਆਂ ਰੇਡਾਂ ਕੀਤੀਆਂ 30 ਥਾਵਾਂ ਦੇ ਉੱਤੇ ਆ ਗਿਆ ਕਿ 30 ਥਾਵਾਂ 'ਤੇ ਰੇਡਾਂ ਕੀਤੀਆਂ ਵੀ ਪਰ ਫਿਰ ਇਸ ਗੱਲ ਦੇ ਉੱਤੇ ਕਿ ਖਾਲਸਾ ਏਡ ਬਾਰੇ ਉਹਨਾਂ ਨੂੰ ਕੋਲ ਕੀ ਇਨਫੋਰਮੇਸ਼ਨ ਆਪਾਂ ਨੂੰ ਨਹੀਂ ਜਾਣਕਾਰੀ ਜੀ ਪਰ ਕਿਉਂਕਿ ਖਾਲਸਾ ਏਡ ਦਾ ਜਿਹੜਾ ਕੰਮ ਧੰਦਾ ਉਹਨਾਂ ਦਾ ਕੰਮ ਧੰਦਾ ਜਿਹੜਾ ਹੈਗਾ ਪ੍ਰੋ ਹਿਊਮਨਿਟੀ ਹੈ ਉਹ ਮਨੁੱਖਤਾ ਦੇ ਹੱਕ ਵਿੱਚ ਹੈ ਇਸ ਕਰਕੇ ਸਾਨੂੰ ਥੋੜ੍ਹੀ ਜਿਹੀ ਰੜਕ ਪੈਂਦੀ ਹੈ। ਕਈ ਵਾਰੀ ਖਾਲਸਾ ਏਡ ਦੇ ਜਿਹੜੇ ਸੰਚਾਲਕ ਆ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਬੰਦੇ ਬਹੁਤ ਸਾਰੇ ਲੋਕ ਤਾਂ ਬੰਦੇ ਦਾਨੇਲੀਆ ਸਾਹਿਬ ਉਹ ਹੁੰਦੇ ਨੇ ਜਿਹੜੇ ਇਹੋ ਜਿਹੀਆਂ ਜਥੇਬੰਦੀਆਂ ਦੇ ਵਿੱਚ ਵੜ ਕੇ ਜਿਹੜੀਆਂ ਇਹੋ ਜਿਹੀਆਂ ਆਪਾਂ ਕਹਾਂਗੇ ਸੋਸ਼ਲ ਆਰਗੇਨਾਈਜੇਸ਼ਨਸ ਦੇ ਵਿੱਚ ਵੜ ਕੇ ਆਪਣਾ ਕੋਈ ਹੋਰ ਮਕਸਦ ਕਰਦੇ ਹੁੰਦੇ। ਇਹ ਆਪਾਂ ਡਿਟੇਲ ਨਾਲ ਹਾਲੇ ਤੇ ਕੁਝ ਨਹੀਂ ਕਹਿ ਸਕਦੇ ਲੇਕਿਨ ਕੁੱਲ ਮਿਲਾ ਕੇ ਜਿਹੜਾ ਦਾ ਕਾਰਨ ਉਹ ਇਹ ਹੈ ਕਿ NIA ਨੇ ਜਿਹੜੀ ਜਾਂਚ ਕੀਤੀ ਹੈ ਉਸ ਜਾਂਚ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਜੀ। ਬਿਲਕੁਲ ਤੁਹਾਡੀ ਗੱਲ ਹੈਗੀ ਹੈ ਜੀ ਕਿਉਂਕਿ NIA ਨੇ ਕਾਫੀ ਜਿਹੜੀ ਹੈ ਇਹ ਸਖਤੀ ਕੀਤੀ ਹੈ। ਜੇਕਰ ਤੁਹਾਡੇ ਹੀ ਬੱਚੇ ਬਾਹਰ ਅਮਰੀਕਾ ਦੇ ਵਿੱਚ ਜਾ ਰਹੇ ਨੇ ਜਾਂ ਰਸਤੇ 'ਚ ਨੇ ਉੱਥੇ ਪੱਕਾ ਹੋਣ ਦੇ ਲਈ ਤਾਂ ਉੱਥੇ ਤੁਸੀਂ ਸ਼ਰਨ ਲੈਣੀ ਹੈ ਰਾਜਸੀ ਸ਼ਰਨ ਲੈਣੀ ਹੈ ਜਿਹਨੂੰ ਅਸਾਈਲਮ ਕੇਸ ਕਹਿੰਦੇ ਆ ਤਾਂ ਅਮਰੀਕਾ ਦੀ ਮਸ਼ਹੂਰ ਲਾ ਫਰਮ ਗੈਲ ਦੇ ਸੀਨੀਅਰ ਅਟਾਰਨੀ ਐਮੀ ਗੈਲ ਹੋਰਾਂ ਦੇ ਨਾਲ ਤੁਸੀਂ ਸੰਪਰਕ ਕਰ ਲਓ ਜੀ। ਅਮਰੀਕਾ ਦਾ ਕੋਡ ਲਾ ਕੇ 2126192859 ਜਾਂ ਫਿਰ ਰਾਜਵੀਰ ਸਿੰਘ ਗਿੱਲ ਹੋਰਾਂ ਦੇ ਨਾਲ 7186121188 ਦੇ ਉੱਤੇ WhatsApp ਮੈਸੇਜ ਵੀ ਛੱਡ ਸਕਦੇ ਹੋ ਤੇ ਕਾਲ ਵੀ ਕਰ ਸਕਦੇ ਹੋ। ਇਹਨਾਂ ਨੂੰ ਆਪਦਾ ਵੇਰਵਾ WhatsApp ਦੇ ਉੱਤੇ ਲਿਖ ਕੇ ਭੇਜ ਦਿਓ ਸੋ ਇਹ ਤੁਹਾਡੀ ਉੱਥੇ ਪੂਰਨ ਤੌਰ ਦੇ ਉੱਤੇ ਮਦਦ ਕਰਨਗੇ। ਹੁਣ ਆਪਾਂ ਆ ਜਾਈਏ ਜੀ ਇੱਧਰ ਸਚਿਨ ਬਿਸ਼ਨੋਈ ਵੱਲ। ਕਹਿੰਦੇ ਸਚਿਨ ਬਿਸ਼ਨੋਈ ਨੂੰ ਲੈਣ ਦਾ ਜੀ ਫਿਰ ਬਾਹਰੋਂ ਤੇ ਅਦਾਲਤ 'ਚ ਵੀ ਪੇਸ਼ ਕਰਤਾ। ਬਿਲਕੁਲ ਦਾਨੇਲੀਆ ਸਾਹਿਬ ਮੇਰਾ ਖਿਆਲ ਹੈ ਵੀ ਉਹ ਜਿਹੜੇ ਦਿੱਲੀ ਦੇ ਸਪੈਸ਼ਲ ਸੈੱਲ ਦੇ ਇੱਕ ਬੜੇ ਸੀਨੀਅਰ ਅਫਸਰ ਹੈ ਜੀ ਪੰਜਾਬੀ ਹਾਂਜੀ ਤੇ ਸ਼ਾਇਦ ਮੇਰਾ ਖਿਆਲ ਮੁਕਤਸਰ ਨੂੰ ਤੁਸੀਂ ਦੱਸਿਆ ਸੀ। ਨਹੀਂ ਆਪਣੇ ਬਠਿੰਡੇ ਜ਼ਿਲ੍ਹੇ ਦੇ ਹਰਗੋਬਿੰਦ ਸਿੰਘ ਆਪਣੇ ਕਾਂਗੜ ਪਿੰਡ ਦੇ ਜੀ HS ਧਾਲੀਵਾਲ। ਅੱਛਾ ਕਾਂਗੜ ਪਿੰਡ ਦੇ ਮੈਂ ਮੁਕਤਸਰ ਦੇ ਸਮਝੀ ਜਾਂਦਾ ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਵੀ ਸ਼ਾਇਦ ਮੁਕਤਸਰ ਨਹੀਂ ਕਾਂਗੜ ਦੇ ਦੱਸਿਆ ਤੁਹਾਨੂੰ ਭੁਲੇਖਾ। ਅੱਛਾ ਹੁਣ ਉਹ ਧਾਲੀਵਾਲ ਸਾਹਿਬ ਜਿਹੜੇ ਹੈਗੇ ਉਹ ਪਿਛਲੇ 1 ਸਾਲ ਤੋਂ ਲੱਗੇ ਹੋਏ ਸੀ ਜੀ ਕਿ ਸਚਿਨ ਥਾਪਨ
ਅਸਲ ਦੇ ਵਿੱਚ ਨਾਂ ਸਚਿਨ ਥਾਪਰ ਹੈ, ਫਿਰ ਬਿਸ਼ਨੋਈ ਤਾਂ ਜਿਵੇਂ ਆਪਣਾ ਵੀ ਇਹ ਜੱਟ ਹੈ, ਆਪਾਂ ਕਹਿੰਦੇ ਫਲਾਨਾ ਜੱਟ ਪੁੱਤ ਜੱਟਾਂ ਦੇ ਮੇਰੇ ਵਰਗੇ ਮਗਰ ਲਿਖ ਲੈਂਦੇ ਹਾਂ, ਉਹ ਉਸ ਤਰ੍ਹਾਂ ਦਾ ਲਿਖਣ ਵਾਲੀ ਗੱਲ ਹੈ। ਕਿਉਂਕਿ ਇਹ ਜਿਹੜੇ ਹੈਗੇ ਹੈ ਇਹ ਬਿਸ਼ਨੋਈ ਪਰਿਵਾਰ ਦੇ 3 ਮੈਂਬਰ ਹੈ ਜੀ। ਲਾਰੈਂਸ ਬਿਸ਼ਨੋਈ ਜੇਲ੍ਹ ਦੇ ਵਿੱਚ ਹੈ, ਜੇਲ੍ਹ 'ਚ ਹੈ। ਇਹਦਾ ਭਾਈ ਹੈ ਅਨਮੋਲ ਬਿਸ਼ਨੋਈ, ਉਹ ਬਾਹਰ ਹੈ। ਉਹ ਪਿਛਲੇ ਦਿਨਾਂ ਦੇ ਵਿੱਚ ਇੱਕੋ ਆਏ ਸੀ, ਕੋਈ ਸਾਡੇ ਗਾਉਣ ਵਾਲੇ ਜਿਹੜੇ ਕਲਾਕਾਰ ਉਧਰ ਗਏ ਸੀ, ਕਿਸੇ ਨੂੰ ਮੰਚ ਤੇ ਮਿਲ ਗਿਆ ਸੀ ਤੇ ਮੁੜ ਕੇ ਉਹਨਾਂ ਵਾਸਤੇ ਕਲੇਸ਼ ਪੈ ਗਿਆ ਸੀ ਵੀ ਇਹ ਤਸਵੀਰਾਂ ਨਾਲ ਖਿੱਚੀਆਂ ਵੀ ਹੈ। ਤੇ ਇਹ ਸਚਿਨ ਥਾਪਰ ਏਲੀਅਸ ਸਚਿਨ ਬਿਸ਼ਨੋਈ ਜੀ, ਇਹ ਦੋਨੋਂ ਜਾਣੇ ਜਿਹੜੇ ਹੈ ਨਾ, ਜਦੋਂ ਸਿੱਧੂ ਮੂਸੇਵਾਲੇ ਵਾਲਾ ਮਾਮਲਾ ਹੋਇਆ ਹੈ, ਉਹਦਾ ਮਰਡਰ ਹੋਇਆ ਜੀ, ਅਸਲ ਦੇ ਵਿੱਚ ਉਹਦਾ ਮਰਡਰ ਹੋਣ ਤੋਂ ਪਹਿਲਾਂ ਹੀ ਜੀ ਇਹਨਾਂ ਦੋਨਾਂ ਦੇ ਫੇਕ ਜਿਹੜੇ ਬਣਾ ਕੇ ਉਹ ਪਾਸਪੋਰਟ ਨਿਕਲ ਗਏ ਸੀ ਤੇ ਇਹਨਾਂ ਨੂੰ ਬਾਹਰ ਕੱਢਤਾ ਸੀ। ਇਹ ਇੱਥੋਂ ਸ਼ਾਇਦ ਅਜ਼ਰਬਾਈਜਾਨ ਚਲੇ ਗਏ ਸੀ। ਅਨਮੋਲ ਬਿਸ਼ਨੋਈ ਉੱਥੋਂ ਬਾਹਰ ਨਿਕਲ ਗਿਆ ਸੀ ਤੇ ਇਹਨੂੰ ਸ਼ਾਇਦ ਡਿਟੇਨ ਕਰ ਲਿਆ ਸੀ, ਉੱਥੇ ਕਾਫੀ ਸਮੇਂ ਤੋਂ ਡਿਟੇਨ ਸੀ ਜੀ। ਇਲਜ਼ਾਮ ਇਹਦੇ ਤੇ ਇਹ ਹੈ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਉਹ ਸਾਰੀ ਮਿਸਟਰੀ ਹੈ, ਉਹਨੂੰ ਕਤਲ ਕਰਨ ਦਾ ਜਿਹੜਾ ਗੋਰਖ ਧੰਦਾ ਹੈ, ਉਹਦਾ ਸੂਤਰਧਾਰ ਇਹ ਵਿਅਕਤੀ ਹੈ ਜੀ। ਇਹਦੇ ਵਾਸਤੇ ਕਿਹਾ ਗਿਆ ਕਿ 3 ਬੰਦਿਆਂ ਦੇ ਨਾਲ ਰਾਏ ਮਸ਼ਵਰਾ ਕੀਤਾ ਇਹਨੇ। ਅੱਛਾ ਜੀ। ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਕਾਲਾ ਜਠੇੜੀ। ਅੱਛਾ ਜੀ। ਇਹ ਜੇਲ੍ਹ ਦੇ ਵਿੱਚ ਸੀ, ਜੇਲ੍ਹ ਦੇ ਵਿੱਚ ਉਹਨਾਂ ਨਾਲ ਤਾਲਮੇਲ ਕੀਤਾ ਤੇ ਫਿਰ ਜਿਹੜੀ ਹੁਣ ਨਵੀਂ ਲੇਟੈਸਟ ਆਈ ਹੈ ਕਿ ਕੱਲ੍ਹ ਹੀ ਲਿਆਂਦਾ ਗਿਆ ਸੀ ਇਹਨੂੰ, ਜਿਹੜੀ ਸਪੈਸ਼ਲ ਸੈੱਲ ਦੀ ਟੀਮ ਲੈ ਕੇ ਆਈ ਹੈ ਅਜ਼ਰਬਾਈਜਾਨ ਚੋਂ ਜੀ, ਕੱਲ੍ਹ ਲਿਆ ਕੇ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਉਹਦਾ 10 ਦਿਨ ਦਾ ਰਿਮਾਂਡ ਲਿਆ ਹੋਇਆ। ਲੇਕਿਨ ਦਾਨੇਵਾਲੀਆ ਸਾਹਿਬ ਬੰਦਾ ਮੇਰਾ ਖਿਆਲ ਵੀ ਉਸ ਤਰ੍ਹਾਂ ਦਾ ਪ੍ਰਪੱਕ ਨਹੀਂ ਜਿਵੇਂ ਲਾਰੈਂਸ ਬਿਸ਼ਨੋਈ ਹੈ। ਅੱਜ ਹੀ ਮੈਂ ਇੱਕ ਵੈਬ ਚੈਨਲ ਦੀ ਆਪਣੀ ਵੈਬਸਾਈਟ ਤੇ ਉੱਤੇ ਦੇਖ ਰਿਹਾ ਸੀ, ਇੱਕ ਸਟੋਰੀ ਆ ਰਹੀ ਸੀ ਕਿ ਉਹ ਕਹਿੰਦਾ ਵੀ ਇਹ ਜਿਹੜਾ ਸਾਰਾ ਕੁਛ ਕੀਤਾ ਕਰਾਇਆ, ਇਹਦਾ ਸਾਰਾ ਪਲਾਨਿੰਗ ਜਿਹੜਾ ਹੈਗਾ ਇਹ ਦੁਬਈ 'ਚ ਬਣਿਆ ਸੀ। ਅੱਛਾ, ਦੁਬਈ 'ਚ ਬਣਿਆ ਸੀ। ਹਾਂ, ਦੁਬਈ ਦੇ ਵਿੱਚ ਕਹਿੰਦੇ ਸਾਰੀ ਇਹ ਯੋਜਨਾਬੰਦੀ ਬਣੇਗੀ ਤੇ ਇਹਨੂੰ ਇੰਪਲੀਮੈਂਟ ਕਰਵਾਉਣ ਦੇ ਵਿੱਚ ਸਾਰਾ ਯੋਗਦਾਨ ਇਹਦਾ ਹੈ। ਸ਼ੁਰੂ ਦੇ ਵਿੱਚ ਤੁਸੀਂ ਦੇਖੋ ਕਿ ਤਫਤੀਸ਼ ਨੂੰ ਭਟਕਾਉਣ ਵਾਸਤੇ, ਆਪਣੇ ਬੰਦਿਆਂ ਨੂੰ ਬਚਾਉਣ ਵਾਸਤੇ ਇਹਨੇ ਸਚਿਨ ਨੇ ਬਿਆਨ ਵੀ ਇਹ ਦਿੱਤਾ ਸੀ ਕਿ ਮੈਂ ਗੋਲੀਆਂ ਮਾਰ ਗਿਆ ਸਿੱਧੂ ਮੂਸੇਵਾਲੇ ਨੂੰ। ਉਦੋਂ ਤਾਂ ਦੇਸ਼ 'ਚ ਹੀ ਨਹੀਂ ਸੀ, ਉਦੋਂ ਹੈ ਹੀ ਨਹੀਂ, ਦੇਸ਼ 'ਚ ਹੀ ਨਹੀਂ ਸੀ। ਜਿਹੜੀ ਉਹ ਆਪਣੀ ਹੈਗੀ ਆ ਤੁਹਾਡੀ 2 ਗੱਡੀਆਂ ਸੀ ਉਹਨਾਂ ਕੋਲੇ, ਇੱਕ ਬਲੈਰੋ ਤੇ ਇੱਕ ਟੋਇਟਾ ਸੀ। ਜਿਹੜੀ ਬਲੈਰੋ ਸੀ, ਬਲੈਰੋ ਦਾ ਇੰਤਜ਼ਾਮ ਵੀ ਇਹਨੇ ਕੀਤਾ ਸੀ, ਵੈਪਨਸ ਦਾ ਇੰਤਜ਼ਾਮ ਵੀ ਇਹਨੇ ਕੀਤਾ ਸੀ, ਸਾਰਾ ਕੁਛ ਕੀਤਾ ਕਰਾਇਆ ਸੀ। ਸਾਰੀ ਪਲਾਨਿੰਗ ਬਣਾ ਕੇ, ਸਾਰਾ ਕਹਿ ਕੇ ਬੰਦਿਆਂ ਨੂੰ ਟੋਹ ਕੇ ਦੇਖ ਕੇ ਵੀ ਇਹ ਬੰਦੇ ਕੁਛ ਕਰ ਸਕਦੇ ਤੇ ਦੇਸ਼ ਤੋਂ ਬਾਹਰ ਚਲੇ ਗਏ ਸੀ ਜੀ। ਲੇਕਿਨ ਫਿਰ ਵੀ ਤੁਹਾਨੂੰ ਪਤਾ ਵੀ ਜਿਹੜਾ ਨਾ ਕੋਈ ਬੰਦਾ ਕੰਮ ਕਰਦਾ ਹੈ, ਕੋਈ ਕਿਤੇ ਵੀ ਕਰੀਏ, ਕਿਤੇ ਨਾ ਕਿਤੇ ਕੋਈ ਸਬੂਤ ਰਹਿ ਜਾਂਦਾ, ਛੱਡ ਜਾਂਦਾ, ਤੇ ਉਹ ਸਬੂਤ ਫਿਰ ਬੰਦੇ ਨੂੰ ਫਸਾ ਦਿੰਦਾ ਹੈ। ਇਹਨੂੰ ਹੁਣ ਉੱਥੋਂ ਲੈ ਆਂਦੇ ਤੇ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਧਾਲੀਵਾਲ ਸਾਹਿਬ ਦੀ, ਉਹ ਕਹਿੰਦੇ ਸੀਗੇ ਵੀ ਇਹ ਸਾਨੂੰ 1 ਸਾਲ ਲੱਗ ਗਿਆ ਪੂਰਾ ਹਿੰਮਤ ਕਰਨ ਵਾਸਤੇ, ਮਿਹਨਤ ਕਰਨ ਵਾਸਤੇ। ਔਰ ਇਹਦੇ 'ਚ ਦਾਨੇਵਾਲੀਆ ਸਾਹਿਬ ਉਹ ਕਹਿੰਦੇ ਕਿ ਇਹ ਪੂਰੀ ਤਰ੍ਹਾਂ ਇਹਦੇ 'ਚ ਇਨਵੋਲਵ ਹੈ। FIR 'ਚ ਵੀ ਇਹਦਾ ਨਾਂ ਹੈਗਾ, ਚਾਰਜ ਸ਼ੀਟ 'ਚ ਵੀ ਇਹਦਾ ਨਾਂ ਹੈਗਾ। ਹੁਣ ਪੰਜਾਬ ਪੁਲਿਸ ਕਹਿੰਦੀ ਹੈ ਜੀ ਅਸੀਂ ਵੀ, ਸਾਡੀ ਵੀ ਬਹੁਤ ਵੱਡੀ ਪ੍ਰਾਪਤੀ ਹੈ। ਪੰਜਾਬ ਪੁਲਿਸ ਦੀ ਪ੍ਰਾਪਤੀ ਠੀਕ ਹੈ ਵੀ ਇਹਨਾਂ ਨੇ ਕੋਈ ਇੱਥੋਂ ਉਹਨਾਂ ਨੂੰ ਜਿਹੜੀ ਲੌਜਿਸਟਿਕ ਮਦਦ ਚਾਹੀਦੀ ਸੀ, ਕਾਗਜ਼ ਪੱਤਰ ਭੇਜਤੀ ਵੀ ਇਹਦੇ ਤੇ ਆਹ ਪਰਚੇ ਹੈ, ਪਰ ਜਿਹੜੀ ਟੋਟਲ ਕਾਰਵਾਈ ਹੈ ਇਹ ਉਹਨਾਂ ਦੀ ਹੈ, ਦਿੱਲੀ ਦੇ ਸਪੈਸ਼ਲ ਸੈੱਲ ਦੀ। ਉਹਦਾ ਕਾਰਨ ਇਹ ਹੈ ਕਿ ਦਿੱਲੀ ਦੇ ਸਪੈਸ਼ਲ ਸੈੱਲ ਦੇ ਕੋਲੇ ਪਾਵਰ, ਜਿਹੜੇ ਸਾਧਨ ਹੈ ਸਾਡੇ ਨਾਲੋਂ ਵੱਧ ਨੇ। ਬਿਲਕੁਲ। ਉਹਦਾ ਇਸ ਕਰਕੇ ਹੈ ਕਿ ਦਿੱਲੀ ਦਾ ਜਿਹੜਾ ਪੁਲਿਸ ਵਿਭਾਗ ਹੈ, ਦਿੱਲੀ ਸਟੇਟ ਦਾ ਵੀ, ਉਹ ਸਿੱਧਾ ਸੈਂਟਰਲ ਹੋਮ ਮਿਨਿਸਟਰੀ ਦੇ ਮਤਹਿਤ ਹੈ। ਉਹਨਾਂ ਕੋਲ ਬਹੁਤ ਕੁਛ ਹੈ। ਸੈਂਟਰਲ ਹੋਮ ਮਿਨਿਸਟਰੀ ਦਿੱਲੀ ਦੀ ਖਾਤਰ ਤਾਂ ਸਭ ਕੁਛ ਹੀ ਲਾ ਦੂਗੀ। ਬਿਲਕੁਲ ਲਾਊਗੀ। ਉਹਨਾਂ ਨੇ ਸਾਥੋਂ ਕੀ ਲੈਣਾ ਵੀ ਆ ਚੱਲ ਬਾਰਡਰ ਤੇ ਬੈਠੇ ਆ, ਜੇ ਨਿਕਲ ਜਾਣਗੇ ਤਾਂ ਨਿਕਲ ਜਾਣਗੇ, 500-400 ਬੰਦਾ ਮਰ ਜੂ ਤਾਂ ਕੀ ਫਰਕ ਪੈਂਦਾ। ਪਰ ਦਿੱਲੀ ਦੇ ਵਿੱਚ ਜੇ ਇੱਕ ਲੀਡਰ ਦੇ ਉੱਤੇ ਵੀ ਗੋਲੀ ਚੱਲਦੀ ਹੈ ਤਾਂ ਫਿਰ ਉਹ ਤਰਪਕਦੇ ਹੈ। ਯਾਦ ਕਰੋ ਤੁਸੀਂ ਉਹ ਸਮਾਂ ਜਦੋਂ ਪਾਰਲੀਮੈਂਟ ਦੇ ਉੱਤੇ ਹਮਲਾ ਹੋਇਆ। ਬਿਲਕੁਲ। ਤੇ ਇੱਕ ਉਹ ਮੁੰਡੇ ਦਾ ਨਾਂ ਕੀ ਸੀ, ਗੁਰੂ, ਅਫਸਲ ਗੁਰੂ ਜੀ ਨੂੰ ਉੱਥੋਂ ਲਿਆਂਦਾ ਸੀ। ਉਹ ਹੁਣ ਲਿਆਂਦਾ ਕਿਵੇਂ ਸੀ ਤਾਂ ਬਾਅਦ ਦੇ ਵਿੱਚ ਬੜੀਆਂ ਸਟੋਰੀਆਂ ਆ ਗਈਆਂ ਸੀ ਕਿ ਉਹਨੂੰ ਇਸ ਢੰਗ ਨਾਲ ਲਿਆਂਦਾ ਸੀ ਕਿ ਬੰਦੇ ਤੋਂ ਆਪਾਂ ਮਦਦ ਲੈਣੀ ਹੈ, ਤੇ ਇੱਥੇ ਲਿਆ ਕੇ 120 ਦੇ ਵਿੱਚ ਉਹ ਵੀ ਟੰਗਤਾ ਸੀ। ਉਹਨੂੰ ਫਾਂਸੀ ਚੜਾਉਣ ਵਾਸਤੇ ਕਿਤੇ ਲੇਟ ਨਾ ਹੋ ਜੇ। ਆਪਾਂ ਇਹ ਤਾਂ ਕਿ ਜੇ ਕਿਸੇ ਬੰਦੇ ਨੂੰ ਫਾਂਸੀ ਆਉਂਦੀ ਹੋਵੇ, ਇਹਨੂੰ ਕਿਤੇ ਟੰਗਿਆ ਨਾ ਜਾਵੇ, ਉਹਦੀ ਜਾਨ ਬਚਾਉਣ ਵਾਸਤੇ ਤਾਂ ਕੋਰਟਾਂ ਰਾਤ ਨੂੰ ਵੇਲੇ ਖੁੱਲ੍ਹਦੀਆਂ ਦੇਖੀਆਂ, ਪਰ ਕਿਸੇ ਬੰਦੇ ਨੂੰ ਟੰਗਣਾ ਕਿਤੇ ਬਚ ਨਾ ਜਾਵੇ। ਰਾਤ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਫੈਸਲੇ ਵੀ ਹੁੰਦੇ ਹੈ, ਇਹ ਉਸ ਵੇਲੇ ਆਪਾਂ ਦੇਖਿਆ ਸੀ। ਸੋ ਹੁੰਦਾ ਇਸ ਤਰ੍ਹਾਂ ਦਾ ਕੰਮ ਚੱਲਦਾ ਹੁੰਦਾ, ਕਰਦੇ ਰਹਿੰਦੇ। ਹੁਣ ਇਹਨਾਂ ਨੇ ਇਹ ਸਾਰਾ ਕੁਛ ਕਰ ਲਿਆ। 10 ਦਿਨਾਂ ਦੇ ਰਿਮਾਂਡ ਦੇ ਵਿੱਚ ਉਹਨਾਂ ਨੇ ਕੀ ਪੁੱਛਣਾ, ਹੁਣ ਆਪਣੀ ਪੁਲਿਸ ਲੈ ਕੇ ਆਊਗੀ। ਇਸ ਤੋਂ ਬਾਅਦ ਜੀ ਆਪਣੀ ਪੁਲਿਸ ਆ ਕੇ ਉਹਦੇ ਵਿੱਚ ਫਿਰ ਕੀ ਕੱਢਦੀ ਹੈ, ਇਹ ਇਸ ਗੱਲ 'ਤੇ ਨਿਰਭਰ ਹੈ। ਪਰ ਮੇਰੀ ਬੇਨਤੀ ਹੈ, ਕਿਉਂਕਿ ਹੁਣ DGP ਸਾਹਿਬ ਯਾਦਵ ਸਾਹਿਬ ਹੈ,
ਬੰਦੇ ਬੜੇ ਚੰਗੇ ਚੰਗੇ ਤਕੜੇ ਵੀ ਕਿਰਪਾ ਕਰਕੇ ਇਹ ਗੱਲ ਕਰਿਓ ਕਿਤੇ ਇਹੋ ਜਿਹੇ ਅਫਸਰ ਦੇ ਹਵਾਲੇ ਨਾ ਕਰ ਦਿਓ ਜਿਹੜਾ ਉਹਨੂੰ ਜਿਵੇਂ ਉਹ ਦੀਪਕ ਟੀਨੂ ਕੀਤਾ ਸੀ। ਹਾਂ ਇਹ ਰੱਜ ਕੇ ਗੁਜ਼ਾਰਾਂ ਕੇ ਰਾਤ ਕੇ ਅੱਲਾ ਕਰੇ ਦਿਨ ਨਾ ਚੜੇ। ਉਹ ਸਾਰਾ ਕੁਝ ਹੀ ਲੈ ਕੇ ਮਤਲਬ ਉਹਨੇ ਆਪ ਤਾਂ ਭੱਜਣਾ ਹੀ ਸੀ, ਨਾਲ ਉਹਨੇ ਹੋਰ ਵੀ ਕਾਫੀ ਕੁਝ ਲੈ ਗਿਆ ਸੀ। ਥੋੜਾ ਜਿਹਾ ਇਹਦਾ ਤਾਂ ਇਹ ਖਿਆਲ ਕਰ ਲਿਓ। ਪਰ ਇਹ ਜਿਹੜਾ ਸਚਨ ਥਾਪੜ ਨੂੰ ਇੱਧਰ ਲੈ ਕੇ ਆਉਣਾ ਮੇਰੇ ਖਿਆਲ ਮੁਤਾਬਕ ਇਸ ਮਰਡਰ ਕੇਸ ਦੇ ਵਿੱਚ ਇਹ ਵੱਡੀ ਪ੍ਰਾਪਤੀ ਹੈ। ਔਰ ਇਹਦੇ ਲਈ ਹੁਣ ਤੱਕ ਆਪਾਂ ਇਹ ਦੇਖਦੇ ਕਿ ਹੁਣ ਤੱਕ ਜਿਹੜੇ ਸਿੱਧੂ ਮੂਸੇਵਾਲੇ ਦੇ ਮਾਪੇ ਸੀ ਜੀ, ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਬੜੇ ਨਾਰਾਜ਼ ਸੀ। ਉਹ ਹਮੇਸ਼ਾ ਉਹ ਕਹਿੰਦੇ ਹੁੰਦੇ ਸੀ ਕਿ ਜਿਹੜੇ ਪਹਾੜੇ ਦੇ ਟੱਟੂ ਹੈ ਉਹ ਫੜ ਲੈਂਦੇ ਤੁਸੀਂ। ਜਿਨ੍ਹਾਂ ਬੰਦੇ ਨੇ ਪੈਸੇ ਲੈ ਕੇ ਬੰਦਾ ਮਾਰਿਆ ਉਹਦਾ ਕਹਿੰਦੇ ਕੋਈ ਹੈ ਰੋਲ ਉਹ ਹੈ ਜਿਹੜੇ ਅਸਲ ਸਾਜ਼ਿਸ਼ਕਾਰ ਹੈ ਉਹਨਾਂ ਦਾ, ਉਹਨਾਂ ਨੂੰ ਤੁਸੀਂ ਫੜੋ। ਗੋਲਡੀ ਬਰਾੜ ਬਾਰੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਗੁਜਰਾਤ ਜਾ ਕੇ ਕਹਿਤਾ ਸੀ ਜਰਾਬਾਂ ਪਾ ਲਈਆਂ ਬੂਟਾਂ ਤੇ ਤਸਮੇ ਕਸਾਤੇ ਤੇ, ਹਾਂ ਵੀ ਉਹ ਆ ਰਿਹਾ ਜੀ ਚਲੋ ਜਹਾਜ਼ ਦੀ ਪੇਟੀ ਬੰਨ ਲਈ। ਹਾਂ ਉਹਦੇ ਸੀ, ਉਹਨਾਂ ਨੇ ਕਹਿਤਾ ਸੀ ਉਦੋਂ ਵੀ ਮਤਲਬ ਇਹ ਗੱਲ ਕਹਿੰਦੇ ਰਹੇ ਆ ਸਰਦਾਰ ਬਲਕੌਰ ਸਿੰਘ ਹੋਰੀ ਕਿ ਜਿੰਨੀ ਦੇਰ ਤੱਕ ਤੁਸੀਂ ਜਿਹੜੇ ਸੂਤਰਧਾਰ ਹੈ ਸੂਤਰਧਾਰਾਂ ਨੂੰ ਨਹੀਂ ਫੜਦੇ ਉਨੀ ਦੇਰ ਗੱਲ ਨਹੀਂ ਬਣਦੀ। ਪਰ ਹੁਣ ਉਹਨਾਂ ਨੇ ਥੋੜੀ ਜਿਹੀ ਤਸੱਲੀ ਪ੍ਰਗਟ ਕੀਤੀ ਹੈ ਜੀ। ਉਹਨਾਂ ਨੇ ਕਿਹਾ ਜੀ ਚੰਗੀ ਗੱਲ ਹੈ ਵੀ ਬੰਦੇ ਨੂੰ ਕਾਬੂ ਕਰ ਲਿਆ ਤੇ ਉਹਨੂੰ ਲਿਆ ਕੇ ਉਹਦੀ ਪ੍ਰੋਪਰ ਪੁੱਛਗਿੱਛ ਕੀਤੀ ਜਾਵੇ ਕਿ ਹੋਰ ਇਹਦੇ ਵਿੱਚ ਕੌਣ ਕੌਣ ਕੀ ਕੁਛ ਹੈ। ਜੀ ਭਾਈ ਜੀ ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ ਕਮਿੰਸ ISX ਵੋਲਵੋ ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ ਟਰੱਕ ਸਰਵਿਸਿੰਗ। ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519 0660 5196220660 QTL because we care. Quick Truck Lube। ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ 'ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144 ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ at 5599647787। ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਭੈਣ ਜੀ ਵਿਆਹ ਲਈ ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ AC ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ, ਚਾਂਦੀ, ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੁਐਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਤੇ ਮੈਂ ਸਵਰਨ ਸਿੰਘ ਦਾਨੇਵਾਲੀਆ। ਤੁਸੀਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਜ਼ਰੀਏ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਤੇ ਢਿੱਲੋਂ ਸਾਹਿਬ ਹੁਣ ਆਪਾਂ ਚੱਲੀਏ ਨਾਰਥ ਈਸਟ ਵੱਲ। ਉੱਥੇ ਸੁਪਰੀਮ ਕੋਰਟ ਜਿਹੜੀ ਹੈ ਜੀ, ਉਹਦੇ ਜਿਹੜੀ ਟਿੱਪਣੀ ਆਈ ਹੈ, ਜਿਵੇਂ ਕਹਿੰਦੇ ਬੰਦੇ ਦੀ ਮੌਤ ਤੋਂ ਪਹਿਲਾਂ ਮਲਟੀ ਆਰਗਨ ਫੇਲੀਅਰ ਹੋ ਜਾਂਦਾ ਨਾ, ਵੀ ਸਾਰਾ ਕੁਝ ਹੀ ਕੰਮ ਛੱਡ ਜਾਂਦੇ ਸਰੀਰ ਦੇ, ਗੁਰਦੇ, ਦਿਲ, ਦਿਮਾਗ, ਅੱਖਾਂ, ਕਹਿਣ ਤੋਂ ਭਾਵ ਵੀ ਕੋਈ ਦਵਾਈ ਨਹੀਂ ਕਰਦੀ। ਇਸੇ ਤਰ੍ਹਾਂ ਆਪਣੇ ਇੱਕ ਸੰਵਿਧਾਨਕ ਮਸ਼ੀਨਰੀ ਹੁੰਦੀ ਹੈ ਜੀ। ਸੁਪਰੀਮ ਕੋਰਟ ਕਹਿੰਦੀ ਕਿ ਉੱਥੋਂ ਦੀ ਜਿਹੜੀ ਕਾਨੂੰਨ ਵਿਵਸਥਾ ਤੇ ਜਿਹੜੀ ਸੰਵਿਧਾਨਕ ਮਸ਼ੀਨਰੀ ਹੈ ਉਹ ਬੁਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਚੰਗੀ ਫਟਕਾਰ ਜਿਹੜੀ ਆਪਾਂ ਆਖੀਏ ਕਿ ਮਣੀਪੁਰ ਸਰਕਾਰ ਹੁੰਦਾ ਹੈ। ਦਾਨੇਵਾਲੀਆ ਸਾਹਿਬ
ਪੜ੍ਹੇ ਲਿਖੇ ਬੰਦੇ, ਸਿਆਣੇ ਬੰਦੇ ਇਸ ਚੀਜ਼ ਨੂੰ ਕਹਿੰਦੇ ਆ ਸੰਵਿਧਾਨਕ ਮਸ਼ੀਨਰੀ। ਜੀ। ਲੇਕਿਨ ਜਿਹੜੇ ਬੰਦੇ ਬਹੁਤ ਜ਼ਿਆਦਾ ਮਤਲਬ ਜਿਹੜੇ ਸਿਸਟਮ ਦੇ ਨਾਲ ਦੋ ਚਾਰ ਹੋਣ ਵਾਲੇ ਆ, ਉਹਦਾ ਐਨਾਲਿਸਿਸ ਕਰਦੇ ਆ, ਉਹ ਇਹਨੂੰ ਕਹਿੰਦੇ ਆ ਸਟੇਟ। ਅਸਲ 'ਚ ਸਟੇਟ ਦੇ ਸਾਰੇ ਆਰਗਨ ਹੀ ਫਿਰ ਹੋ ਗਏ। ਜਦੋਂ ਆਰਗਨਸ ਦੀ ਆਪਾਂ ਗੱਲ ਕਰਦੇ ਹਾਂ, ਕੀ ਹੈ? ਚੁਣੀ ਹੋਈ ਸਰਕਾਰ। ਕਿਸੇ MLA MP ਨੇ ਉੱਥੇ ਕੁਛ ਕੀਤਾ ਹੈ? ਤੁਸੀਂ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਮਰੀਕਾ ਦੇ ਵਿੱਚ ਜਾ ਕੇ ਭਾਸ਼ਣ ਕਰ ਰਹੇ ਸੀ, UAE 'ਚ ਭਾਸ਼ਣ ਕਰ ਰਹੇ ਸੀ ਜੀ, ਉਸ ਵੇਲੇ ਜਿਹੜਾ ਗ੍ਰਹਿ ਵਿਭਾਗ ਦਾ ਇੱਕ ਸਾਡਾ ਰਾਜ ਮੰਤਰੀ ਹੈ, ਨਾਰਥ ਈਸਟ ਚੋਂ, ਉੱਥੇ ਮਣੀਪੁਰ ਚੋਂ ਹੀ ਆਉਂਦਾ ਹੈ ਜੀ, ਉਹਦੇ ਘਰ ਦੇ ਉੱਤੇ ਇੱਕ ਵਾਰੀ ਹਮਲਾ ਨਹੀਂ ਹੋਇਆ, 2 ਵਾਰੀ ਹਮਲੇ ਹੋਏ। ਜੇ ਗ੍ਰਹਿ ਮੰਤਰੀ ਜਿਹੜਾ ਮਹਿਕਮਾ ਪੁਲਿਸ ਦਾ ਵਜ਼ੀਰ ਹੈ ਜੀ, ਪਾਰਾਮਿਲਟਰੀ ਫੋਰਸਸ ਜਾਂ ਕੀ ਹੈ, ਉਹਦੇ ਕੋਲ ਕੁਝ ਵੀ ਹੈਗਾ ਹੈ ਤਾਂ ਉਹਨੂੰ ਆਪਾਂ ਇਹੀ ਕਹਾਂਗੇ ਨਾ ਵੀ ਹੋਮ ਡਿਪਾਰਟਮੈਂਟ ਨਾਲ ਸੰਬੰਧਿਤ ਹੈ ਜੀ, ਉਹਦੇ ਘਰ ਦੇ ਉੱਤੇ ਅਟੈਕ ਹੁੰਦਾ ਤੇ ਉਹਦਾ ਕੋਈ ਨੋਟਿਸ ਹੀ ਨਹੀਂ ਰਹਿੰਦਾ। ਉੱਥੋਂ ਦਾ ਮੁੱਖ ਮੰਤਰੀ ਜਿਹੜਾ ਹੈਗਾ ਉਹ ਘਰੋਂ ਬਾਹਰ ਨਹੀਂ ਨਿਕਲ ਸਕਦਾ। ਜੀ। ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਆ ਮੂੰਹ ਹੀ ਨਹੀਂ ਕਰਦੇ ਉਸ ਵਾਲੇ ਪਾਸੇ ਨੂੰ। ਪੁਲਿਸ ਜਿਹੜੀ ਹੈਗੀ ਆ ਉਹ ਪਸਥਿਮਤ ਹੋ ਕੇ ਬਹਿ ਗਈ। ਜਿਹੜੇ ਥਾਣੇ ਆ, ਥਾਣਿਆਂ ਦੇ ਵਿੱਚ ਰੇਡਾਂ ਹੋ ਰਹੀਆਂ ਜੀ। ਥਾਣੇ ਵਾਲੇ ਰੇਡਾਂ ਕਰਦੇ ਤਾਂ ਆਪਾਂ ਦੇਖੇ ਹੈ, ਕਦੇ ਇਹ ਦੇਖਿਆ ਕਿ 500-400 ਬੰਦਾ ਇਕੱਠਾ ਹੋ ਕੇ ਥਾਣੇ 'ਚ ਵੜ ਜਾਊਗਾ ਤੇ ਥਾਣੇ ਦੇ ਵਿੱਚੋਂ ਹਥਿਆਰ ਲੁੱਟ ਕੇ ਲੈ ਜਾਊਗਾ। ਇਹ ਤਾਂ ਪੰਜਾਬ ਦੇ ਵਿੱਚ ਉਸ ਵੇਲੇ ਨਹੀਂ ਹੋਇਆ ਜਦੋਂ ਪੂਰਾ ਸਿਰੇ ਵਾਲਾ ਸੀ। ਹਾਲਾਂਕਿ ਅਸੀਂ ਬਾਰਡਰ ਸਟੇਟ ਸੀ ਤੇ ਉਦੋਂ ਇਲਜ਼ਾਮ ਇਹ ਲੱਗਦੇ ਹੁੰਦੇ ਸੀ ਕਿ ISI ਜਿਹੜੀ ਹੈਗੀ ਹੈ ਉਹ ਐਕਟਿਵ ਹੈ। ਹਥਿਆਰ ਆਉਂਦੇ ਜ਼ਰੂਰ ਸੀ ਪਰ ਥਾਣਿਆਂ ਦੇ ਵਿੱਚੋਂ ਇਸ ਤਰ੍ਹਾਂ ਨਹੀਂ ਲੁੱਟੇ ਜਾਂਦੇ ਸੀ। ਹਾਂ, ਕੁਛ ਇੱਕ ਮਾਮਲੇ ਹੋਏ ਆ ਜਿੱਥੇ ਜਿਹੜੇ ਪੁਲਿਸ ਵਾਲੇ ਨਾਲ ਮਿਲ ਗਏ ਸੀ ਉਹਨਾਂ ਦੇ, ਉਹ ਜਿਹੜੇ ਹੈਗੇ ਹਥਿਆਰ ਲੈ ਕੇ ਭੱਜ ਗਏ ਸੀ। ਇਹ ਗੱਲ ਹੁੰਦੀ ਰਹੀ ਹੈ। ਇਵੇਂ ਜਿਵੇਂ ਜੇ ਆਪਾਂ ਜੇ ਦੇਖੀਏ ਤਾਂ DCਆਂ ਨੇ ਉੱਥੇ ਕੀ ਕੀਤਾ? ਕਿਸੇ ਨੇ ਕੱਖ ਨਹੀਂ ਕੀਤਾ, ਸਾਰਾ ਕੁਝ ਹੋ ਗਿਆ। ਮੈਂ ਹਮੇਸ਼ਾ ਆਪਾਂ ਗੱਲ ਜਦੋਂ ਕਰਦੇ ਹੁੰਦੇ ਕਿ ਮੇਰੀ ਸਮਝ ਹੈ ਕਿ ਕਾਨੂੰਨ ਉਹੀ ਹੁੰਦੇ ਜੀ, ਸਿਸਟਮ ਉਹੀ ਹੁੰਦਾ ਹੈ, ਕਾਨੂੰਨ ਨੂੰ ਤੁਸੀਂ ਇਸਤੇਮਾਲ ਕਿਵੇਂ ਕਰਨਾ ਜੀ। ਇੱਕ ਉਹ ਸਾਡੇ ਨੂੰ ਜੋ ਅਸੀਂ ਛੋਟੇ ਹੁੰਦੇ ਸੀ ਨਾ, ਉਦੋਂ ਕਹਿੰਦੇ ਹੁੰਦੇ ਸੀਗੇ ਵੀ ਇੱਕ ਕਾਮੇ ਨਾਲ ਅਰਥ ਬਦਲ ਜਾਂਦੇ ਆ। ਉਹ ਕਹਿੰਦੇ ਕਿਸੇ ਨੂੰ ਪਹਿਰੇ ਤੇ ਖੜਾ ਕੀਤਾ ਸੀ, ਉਹਨੂੰ ਕਿਹਾ ਵੀ ਉਹ ਰੋਕਣੇ ਆ ਬੰਦੇ ਤੋਂ, ਰੋਕੋ ਮਤ ਜਾਣੇ ਦਿਓ, ਤੇ ਨਾਲ ਕਾਮਾ ਲਾ ਕੇ ਮਤ ਜਾਣੇ ਦਿਓ, ਰੋਕੋ ਮਤ ਜਾਣੇ ਦਿਓ। ਦੂਜਾ ਰੋਕੋ ਮਤ ਜਾਣੇ ਦਿਓ, ਫਿਰ ਕਾਮਾ ਲਾ ਦਿਓ ਤੇ ਫਿਰ ਜਾਣੇ ਦਿਓ। ਅੱਖਰ ਤਾਂ ਉਹੀ ਹੈ, ਰੋਕੋ ਮਤ ਜਾਣੇ ਦਿਓ। ਹਾਂ, ਰੋਕੋ ਮਤ ਜਾਣੇ ਦਿਓ, ਰੋਕੋ ਮਤ ਜਾਣੇ ਦਿਓ ਉਹ ਵੀ ਹੈ ਤੇ ਸਾਰਾ ਕੁਝ ਕਰਾ ਕੇ ਉਹੀ ਅੱਖਰ ਹੈ। ਅੱਖਰਾਂ ਨੂੰ ਤੁਸੀਂ ਇਸਤੇਮਾਲ ਕਿਵੇਂ ਕਰ ਰਹੇ ਜੀ? ਇਹ ਤੁਹਾਡੀ ਜਿਹੜੀ ਹੈਗੀ ਹੈ ਵਿਅਕਤੀਗਤ ਅਪਰੋਚ ਹੈ। ਤੁਹਾਡੀ ਜਿਹੜੀ ਹੈਗੀ ਹੈ ਦਿਮਾਗੀ ਖੇਡ ਹੈ, ਕਸਰਤ ਹੈ, ਤੁਸੀਂ ਇਹਨੂੰ ਕਿਵੇਂ ਕਰਦੇ ਹੋ। ਸੋ ਇੱਥੇ ਵੀ ਮੈਂ ਮਹਿਸੂਸ ਕਰਦਾ ਕਿ ਸਾਡਾ ਕਾਨੂੰਨ ਉਹੀ ਹੈ, ਸਾਡਾ ਸੰਵਿਧਾਨ ਉਹੀ ਹੈ। ਇੱਥੇ ਰੰਜਨ ਗੋਗੋਈ ਸਾਹਿਬ ਵੀ ਚੀਫ ਜਸਟਿਸ ਆਫ ਇੰਡੀਆ ਰਹਿ ਕੇ ਗਏ ਹੈ, ਔਰ ਰੰਜਨ ਗੋਗੋਈ ਸਾਹਿਬ ਉਹ ਹੈ ਜਦੋਂ 4 ਸੀਨੀਅਰ ਮੋਸਟ ਜੱਜਾਂ ਨੇ ਚੀਫ ਜਸਟਿਸ ਦੇ ਖਿਲਾਫ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ। ਰੰਜਨ ਗੋਗੋਈ ਸਾਹਿਬ ਉਹਨਾਂ ਸੀ ਤੇ ਅਸੀਂ ਵੀ ਬੜੀ ਤਾਰੀਫ ਕਰਦੇ ਸੀ ਵੀ ਐਡਾ ਸ਼ਾਨਦਾਰ ਯਾਰ, ਜਿੱਦੇ ਚੀਫ ਜਸਟਿਸ ਬਣ ਗਿਆ ਕੁਝ ਨਹੀਂ ਕੁਝ ਕਰ ਦੂ। ਪਰ ਜਿੱਦੇ ਉਹ ਚੀਫ ਜਸਟਿਸ ਬਣ ਗਿਆ ਕਮਜ਼ੋਰੀ ਉਹਦੀ ਫੜ ਲਈ। ਕਮਜ਼ੋਰੀ ਫੜਨ ਤੋਂ ਬਾਅਦ ਫਿਰ ਉਹ ਤੋਂ ਮਰਜ਼ੀ ਨਾਲ ਜਿਹੜੇ ਹੈਗੇ ਫੈਸਲੇ ਕਰਵਾਏ, ਔਰ ਉਹ ਫੈਸਲੇ ਇਹੋ ਜਿਹੇ ਕਰਵਾਏ ਜਿਹੜੇ ਨਸੂਰ ਬਣਨਗੇ ਭਾਰਤ ਦੇ ਇਸ ਜਿਸਮ ਦੇ ਵਿੱਚ, ਮਤਲਬ ਜਿਹੜਾ ਹੈਗਾ ਸਾਰਾ ਜਿਹੜਾ ਦੇਸ਼ ਹੈ ਇਹੋ ਜਿਹੇ ਹੋ ਗਏ। ਤੇ ਹੁਣ ਜਿਹੜੇ ਹੈਗੇ ਹੈ, ਜਿਹੜੇ ਹੁਣ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ, ਉਹੀ ਸੁਪਰੀਮ ਕੋਰਟ ਹੈ, ਉਹੀ ਕਾਨੂੰਨ ਹੈ, ਅਮੈਂਡਮੈਂਟ ਤਾਂ ਕੋਈ ਹੋਈ ਨਹੀਂ। ਪਰ ਤੁਸੀਂ ਇਹ ਦੇਖੋ ਕਿ ਇੱਕ ਵਿਅਕਤੀ ਦੇ ਬਦਲਣ ਦੇ ਨਾਲ ਵਿਅਕਤੀ ਦੀ ਭੂਮਿਕਾ ਬਦਲ ਗਈ। ਕੀ ਗੱਲ ਹੈ? ਮੈਂ ਪੜ੍ਹਿਆ ਬਹੁਤ ਹੈ ਇਹਨਾਂ ਦੇ ਬਾਰੇ, ਇਹਨਾਂ ਦੇ ਫਾਦਰ ਬਾਰੇ ਵੀ ਪੜ੍ਹਿਆ। ਇਹਨਾਂ ਦੇ ਫਾਦਰ ਉਸ ਵੇਲੇ ਇੰਦਰਾ ਗਾਂਧੀ ਦੇ ਜ਼ਮਾਨੇ ਦੇ ਵਿੱਚ ਉਹ ਸੁਪਰੀਮ ਕੋਰਟ ਦੇ ਜੱਜ ਹੁੰਦੇ ਸੀ ਜੀ। ਜਸਟਿਸ HR ਖੰਨਾ, HR ਖੰਨਾ ਉਹ ਸੀ ਜਿਨ੍ਹਾਂ ਨੇ ਮਤਲਬ ਇੰਦਰਾ ਗਾਂਧੀ ਦੇ ਉਲਟ ਸਟੈਂਡ ਲਿਆ ਸੀ ਕੇਸ਼ਵਾਨੰਦ ਭਾਰਤੀ ਵਾਲੇ ਮਾਮਲੇ 'ਚ ਜੀ, ਵੀ ਮੈਂ ਨਹੀਂ ਜੀ ਸਹਿਮਤ ਇਹਦੇ 'ਚ ਜਿਹੜੀ ਹੈਬੀਅਸ ਕਾਰਪਸ ਮਾਮਲੇ 'ਚ ਕਿ ਐਂ ਬੰਦਿਆਂ ਨੂੰ ਫੜ ਕੇ ਕਿਵੇਂ ਦੇ ਜਾਓਗੇ। ਸੀਨੀਅਰ ਮੋਸਟ ਬੰਦਾ ਸੀ ਉਹ ਬੰਦਾ, ਚੀਫ ਜਸਟਿਸ ਆਫ ਇੰਡੀਆ ਬਣ ਸਕਦਾ ਸੀ, ਲੇਕਿਨ ਉਹਨੂੰ ਬਣਾਇਆ ਨਹੀਂ ਸੀ। ਇਹਨਾਂ ਦੇ ਬਜ਼ੁਰਗ ਜਿਹੜੇ ਹੈਗੇ ਸੀਗੇ, ਚੰਦਰਾਚੂੜ ਸਾਹਿਬ ਦੇ ਫਾਦਰ, ਉਹ ਵੀ ਸੁਪਰੀਮ ਕੋਰਟ ਦੇ ਜੱਜ ਸੀ ਜੀ। ਸ਼ਰੀਫ ਆਦਮੀ ਸੀ, ਇਮਾਨਦਾਰ ਸੀ, ਕੰਪੀਟੈਂਟ ਸੀ, ਸਭ ਕੁਝ ਸੀ। ਲੇਕਿਨ ਉਹਨੇ ਬਾਅਦ ਦੇ ਵਿੱਚ ਮੰਨਿਆ ਵੀ ਮੈਥੋਂ ਇੱਕ ਗਲਤੀ ਹੋ ਗਈ। ਮੈਂ ਉਸ ਵੇਲੇ ਜਿਹੜੀ ਆਪਣੀ ਜਿਹੜੀ ਜੁਡੀਸ਼ੀਅਲ ਕੌਂਸ਼ੀਅਸ ਸੀ ਜੀ, ਉਹਨੂੰ ਇਸਤੇਮਾਲ ਨਹੀਂ ਕਰ ਸਕਿਆ। ਬਸ ਇਹ ਹੈ ਵੀ ਸਰਕਾਰ ਹੈ ਤੇ ਸਰਕਾਰ ਦਾ ਕਰਕੇ ਥੋੜ੍ਹਾ ਜਿਹਾ ਢਿੱਲਾ ਮੈਂ ਵੀ ਪੈ ਗਿਆ ਸੀ। ਤੇ ਉਹਨਾਂ ਵੱਲੋਂ ਜਿਹੜੇ ਕੀਤੇ ਹੋਏ ਫੈਸਲੇ ਸੀ ਜੀ, ਉਹਨਾਂ ਫੈਸਲਿਆਂ ਦੇ ਉਲਟ ਫੈਸਲੇ DY ਚੰਦਰਾਚੂੜ ਸਾਹਿਬ ਨੇ ਕੀਤੇ।
ਹੁਣ ਦਾਨੇਵਾਲੀਆ ਸਾਹਿਬ ਅੱਗ ਤਾਂ ਲੱਗੀ ਹੈ ਮਈ ਮਹੀਨੇ ਦੀ, ਬਿਲਕੁਲ 2 ਮਈ ਮਈ ਮਹੀਨੇ ਦੀ 2 ਮਈ ਤੋਂ ਅੱਗ ਲੱਗੀ ਹੈ। 3 ਮਈ ਨੂੰ ਉਹਨਾਂ ਦੀਆਂ ਝੜਪਾਂ ਹੋ ਗਈਆਂ। ਉਸ ਵੇਲੇ ਤੋਂ ਲੱਗੀ ਅੱਗ ਨੇ ਸਾੜਤਾ, ਮਤਲਬ ਨਾਰਥ ਈਸਟ ਨੂੰ ਐਨ, ਜਿਹਨੂੰ 7 ਸਿਸਟਰਸ ਕਹਿੰਦੇ ਨੇ, 7 ਭੈਣਾਂ, ਭੈਣਾਂ, ਤੇ ਉਹ 7 ਭੈਣਾਂ ਮਤੇਰਾਂ ਬਣ ਗਈਆਂ। ਮਤੇਰਾਂ ਬਣ ਗਈਆਂ। ਇਸ ਵੇਲੇ ਦੀ ਜੋ ਹਾਲਤ ਹੈ, ਕਿਸੇ ਨੇ ਉਹਦਾ ਨੋਟਿਸ ਨਹੀਂ ਲਿਆ। ਹੂੰ। ਤੇ ਜਦੋਂ ਉਹ ਜਿਹੜੀ ਹੈਗੀ ਇੱਕ ਵੀਡੀਓ ਵਾਇਰਲ ਹੋ ਗਈ ਉਸੇ ਨੇ ਤੇ ਕੀਤਾ। ਡੀਵਾਈ ਚੰਦਰਾਚੂੜ ਸਾਹਿਬ ਕਹਿੰਦੇ ਕਿ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ, ਤੇ ਸਵੇਰੇ ਬਹਿੰਦਿਆਂ ਸਾਰ ਕੁਰਸੀ ਤੇ ਹੂੰ। ਉਹਨਾਂ ਨੇ ਸੂ ਮੋਟੋ ਦਾ ਨੋਟਿਸ ਲੈ ਲਿਆ ਸੀ। ਜੀ। ਤੇ ਹੁਣ ਸੂ ਮੋਟੋ ਨੋਟਿਸ ਲੈਣ ਤੋਂ ਬਾਅਦ ਫਿਰ ਉਹਨਾਂ ਦੇ ਕੋਲ ਗੱਲ ਆ ਗਈ। ਹੂੰ। ਵਿਚਲੀ 2 ਦਿਨ ਉਹ ਢਿੱਲੇ ਹੋ ਗਏ ਸੀਗੇ, ਨਹੀਂ ਬੈਠੇ, ਤੇ ਕੱਲ ਬੈਠੇ। ਫਿਰ ਹੂੰ। ਪਹਿਲਾਂ ਪਰਸੋਂ ਗੱਲ ਹੋਈ ਸੀਗੀ, ਉਦੋਂ ਇਹਨਾਂ ਨੇ ਕਹਿਤਾ ਸੀ ਵੀ ਜਲਦੀ ਲੈ ਕੇ ਆਓ, ਜਵਾਬ ਦੇ ਵਾਸਤੇ ਮਹੀਨਾ ਦਾ ਟਾਈਮ ਮੰਗੀ ਜਾਂਦੇ ਸੀ। ਹੂੰ। ਸੋਲਿਸਿਟਰ ਜਨਰਲ ਸਾਹਿਬ ਤੇ ਅਟਾਰਨੀ ਜਨਰਲ ਸਾਹਿਬ ਕਹਿੰਦੇ ਨਹੀਂ, ਇਮੀਡੀਏਟ ਲੈ ਕੇ ਆਓ, ਅਸੀਂ ਕੁਝ ਕਰਨਾ ਹੈ, ਤੁਸੀਂ ਕਰ ਦੋਗੇ ਬਿਹਤਰ ਹੈ, ਨਹੀਂ ਤਾਂ ਫਿਰ ਸਾਨੂੰ ਕੁਝ ਕਰਨਾ ਪੈਣਾ ਜੀ। ਕੱਲ੍ਹ ਦਾਨੇਵਾਲੀਆ ਸਾਹਿਬ ਫਿਰ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਤੇ ਫਿਰ ਉਹਨਾਂ ਨੇ ਸਵਾਲਾਂ ਦੀ ਝੜੀ ਲਾਤੀ। ਹੂੰ। ਇਹ ਦੱਸੋ ਘਟਨਾ ਕਦੋਂ ਦੀ ਹੈ ਜੀ? ਇੰਨੀ ਤਾਰੀਖ ਦੀ। FIR ਕਦੋਂ ਦਰਜ ਕੀਤਾ ਜੀ? 2 ਹਫ਼ਤੇ ਬਾਅਦ। 2 ਹਫ਼ਤੇ ਬਾਅਦ। FIR ਦਰਜ ਕੀਤਾ 0 'ਚ, ਹੂੰ। ਉਹ ਰੈਗੂਲਰ ਕਦੋਂ ਹੋਇਆ? 3-4 ਹਫ਼ਤਿਆਂ ਬਾਅਦ। ਹੂੰ। ਮੈਜਿਸਟ੍ਰੇਟ ਦੇ ਕੋਲੇ ਕਦੋਂ ਗਈ FIR ਦਰਜ ਹੋਣ ਤੋਂ ਬਾਅਦ? ਹੂੰ। ਜਿਹੜੀਆਂ ਨਿੱਕੀਆਂ ਬਰੀਕੀਆਂ, ਇੱਕ ਜਿਹੜੀਆਂ ਥੱਲੇ ਮੈਜਿਸਟ੍ਰੇਟ ਲੈਵਲ ਦੀਆਂ, ਕੱਲੀ ਉਹ ਗੱਲ ਪੁੱਛੀ ਤੇ ਫਿਰ ਅੰਤ ਦੇ ਵਿੱਚ ਕੀ ਕਿਹਾ ਕਿ ਟੋਟਲ ਜਿਹੜੀ ਹੈਗੀ ਸੰਵਿਧਾਨਕ ਮਸ਼ੀਨਰੀ ਫੇਲ ਹੋ ਚੁੱਕੀ ਹੈ, ਉੱਥੇ ਕਿਸੇ ਨੂੰ ਕੋਈ ਉਮੀਦ ਨਹੀਂ, ਕੋਈ ਆਸ ਨਹੀਂ, ਔਰ ਤੁਸੀਂ ਦੱਸੋ ਹੁਣ ਕੀ ਕਹਿਣਾ। ਹੂੰ। ਹੂੰ। ਤੇ ਫਿਰ ਸਟੇਟ ਨੇ ਜਮਾ ਸਰੈਂਡਰ ਕਰਤਾ, ਕਹਿੰਦੇ ਮਾਈ ਬਾਪ ਜੋ ਤੁਸੀਂ ਕਰਨਾ ਕਰ ਲਓ, ਅਸੀਂ ਤੁਹਾਡੇ ਨਾਲ ਹੈ। ਕਹਿੰਦੇ ਫਿਰ ਐਦਾਂ ਕਰੋ, ਤੁਸੀਂ ਤਾਂ ਜਵਾਬ ਨਹੀਂ ਦੇ ਸਕੇ। ਹੂੰ। ਹੁਣ ਕਹਿੰਦੇ ਇਹ ਜਿਹੜੇ ਜਵਾਬ ਹੈ, ਇਹ ਜਵਾਬ ਉਹ ਹੈ ਜਿਹੜੇ ਤੁਹਾਡੇ ਕੋਲ ਪਰਚੇ ਦਰਜ ਹੋਏ ਕਿੰਨੇ ਆ? ਕਹਿੰਦੇ ਜੀ 6500 ਹੋ ਗਿਆ। ਹੂੰ। ਗ੍ਰਿਫਤਾਰੀਆਂ ਕਿੰਨੀਆਂ 'ਚ ਹੋ ਗਈਆਂ? 7। ਕਹਿੰਦੇ ਨਹੀਂ ਜੀ ਉਹ ਤਾਂ ਫਿਰ ਵੀਡੀਓ ਵਾਇਰਲ ਹੋਈ ਹੈ, ਉਹਦੇ 'ਚ ਹੋਈਆਂ 7, ਅਸੀਂ 100 ਬੰਦਾ ਕਰ ਰਿਹਾ ਗ੍ਰਿਫਤਾਰ। ਪਰਚਾ 6500 ਬੰਦੇ 100 ਕੱਟ ਕੀਤਾ ਹੈ। ਤੁਸੀਂ ਕਹਿੰਦੇ ਵੀ ਕੀ ਕਿਹੜੇ 'ਚ ਕੀ ਹੈ? ਕਹਿੰਦੇ ਜੀ ਉਹਦੇ ਟਾਈਮ ਲੱਗੂ ਲਿਆ ਕੇ। ਕਹਿੰਦੇ ਨਾ ਛੱਡੋ, ਹੁਣ ਐਂ ਜੀ ਕਹਿੰਦੇ ਵੀ ਸੋਮਵਾਰ ਨੂੰ, ਹੂੰ। ਤਾਰੀਖ 7 ਹੀ ਬਣਦੀ ਹੈ ਮੇਰੇ ਖਿਆਲ। ਹਾਂਜੀ। ਹਾਂਜੀ। ਸੋਮਵਾਰ ਨੂੰ ਕਹਿੰਦੇ ਜੀ ਫਿਰ ਦੁਪਹਿਰੇ 2 ਵਜੇ ਦੁਬਾਰਾ ਬੈਠਾਂਗੇ ਹੂੰ। ਤੇ DGP ਨੂੰ ਸੱਦ ਲਓ। ਆ ਜਾ ਬਾਈ। DGP ਫਿਰ ਸਾਰਾ ਨਾਲ ਲੈ ਕੇ ਆਵੇ ਉਹਦਾ ਮਟੀਰੀਅਲ, ਜਿਹੜੇ ਸਵਾਲ ਤੁਹਾਨੂੰ ਪੁੱਛੇ ਨਾ, ਸਵਾਲਾਂ ਦਾ ਜਵਾਬ ਚਾਹੀਦਾ। ਹੂੰ। ਹੂੰ। ਉਹ ਤੋਂ ਬਾਅਦ ਕਹਿੰਦੇ ਫਿਰ ਅਸੀਂ ਦੇਖਾਂਗੇ ਕੀ ਕਰਨਾ। ਉਹ ਫਿਰ ਕਿਹਨੂੰ ਉਹ ਕਹਿੰਦੇ ਵੀ ਇਹ ਅਸੀਂ ਦੇਖਾਂਗੇ ਨਾ, ਵੀ ਜਿਹੜੀ ਇਹ ਜਾਂਚ ਹੈ, ਇਹ ਤਫਤੀਸ਼ ਹੈ, ਕਿਹਨੇ ਕਰਨੀ ਹੈ, ਹੂੰ। ਹੂੰ। ਕਿਹੜੀ ਕਮੇਟੀ ਨੇ ਕਰਨੀ ਹੈ। ਦਾਨੇਵਾਲੀਆ ਸਾਹਿਬ, ਮੈਂ ਜਿੰਨਾ ਕੁ ਇਸ ਬਾਰੇ ਪੜ੍ਹਿਆ ਦੇਖਿਆ ਮੈਂ ਮਾਮਲਾ, ਮੈਨੂੰ ਲੱਗਦੀ ਹੈ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਊ ਜੀ ਕਿ ਕੋਈ ਬੜੀ ਪਾਵਰਫੁਲ ਜੁਡੀਸ਼ੀਅਲ ਇਨਕੁਆਇਰੀ ਕਮਿਸ਼ਨ ਬਣੂ, ਇਹਦੇ 'ਚ ਕਮੇਟੀ ਬਣੂ ਜਿਹੜੀ ਸਾਰੀ ਜਾਂਚ ਆਪਦੀ ਜੇਰੇ ਨਿਗਰਾਨੀ ਕਰਾਊ। ਔਰ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਜਿੰਨਾ ਕੁਛ ਹੋ ਰਿਹਾ ਹੈ, ਹੂੰ। ਹੂੰ। ਜਿਹੜੇ ਲੋਕ ਉੱਥੇ ਤਫਤੀਸ਼ ਕਰਦੇ ਆ, ਚਾਹੇ ਉਹ ਸਟੇਟ ਪੁਲਿਸ ਕਰਦੀ ਹੈ, ਚਾਹੇ CBI ਨੂੰ ਕਰਦਾ, CBI ਨੂੰ ਰੋਕਤਾ, ਸੱਚ ਰੋਕਤਾ ਅੱਛਾ CBI ਨੂੰ ਰੋਕਤਾ ਵੀ ਨਹੀਂ, ਤੁਸੀਂ ਕਹਿੰਦੇ ਕੋਈ ਬਿਆਨ ਨਹੀਂ ਦਰਜ ਕਰਨਾ। ਹੂੰ। ਹੂੰ। ਬਿਆਨ ਤਾਂ ਹੁਣ ਉਦੋਂ ਬਾਅਦ ਅਸੀਂ ਦੇਖਾਂਗੇ ਕਿਹੜੀ ਕਮੇਟੀ ਬਣਦੀ ਹੈ, ਬਿਆਨ ਉਹਨੇ ਦਰਜ ਕਰਨੀ। ਉਹਨੇ ਵੱਡੀ ਨਮੋਸ਼ੀ ਕੀ ਹੋਊਗੀ ਜੇ ਹਾਂ, CBI ਨੂੰ ਜੋ ਕਹਿੰਦੇ ਉਹਨੇ, ਹੁਣ ਉਹਦੇ 'ਚ ਗੱਲ ਕੀ ਹੈ ਕਿ ਅਜੇ ਤੱਕ ਕਿਸੇ ਵੀ ਜਿਹੜੀ ਜਾਂਚ ਕਰਨ ਵਾਲੀਆਂ ਏਜੰਸੀਆਂ, ਕਿਸੇ ਦੇ ਵਿੱਚ ਕੋਈ ਲੇਡੀ ਆਫੀਸਰ ਹੀ ਹੈ ਨਹੀਂ। ਅੱਛਾ ਦੱਸੋ। ਔਰਤਾਂ ਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਤਸ਼ੱਦਦ ਹੋਇਆ ਔਰਤਾਂ ਦੇ ਨਾਲ ਹੋਇਆ। ਹੂੰ। ਹੂੰ। ਤੇ ਦਾਨੇਵਾਲੀ ਸਾਹਿਬ ਉਹਦੇ 'ਚ ਜਿਹੜੀ ਚੰਦਰਾਚੂੜ ਸਾਹਿਬ ਨੇ ਜਿਹੜੀ ਗੱਲ ਦੇਖੀ, ਉਹ ਕਹਿੰਦੇ ਵੀ ਇੱਕ ਔਰਤ ਨੂੰ ਗੱਡੀ 'ਚੋਂ ਕੱਢ ਕੇ ਮਾਰਤਾ, ਹੂੰ। ਹੂੰ। ਇੱਕ ਹੋਰ ਗੱਡੀ ਦੇ ਵਿੱਚੋਂ ਬੰਦੇ ਨੂੰ, ਮੁੰਡੇ ਨੂੰ ਕੱਢ ਕੇ ਮਾਰਤਾ, ਹੂੰ। ਮਾਂ ਨੂੰ ਰੇਪ ਕਰਤਾ। ਉਹ ਕਹਿੰਦੇ ਵੀ ਬਾਕੀ ਤਾਂ ਸਾਰੀਆਂ ਧਰਾਵਾਂ ਲਾਤੀਆਂ, ਬੰਦਾ ਜਿਉਂਦਾ ਸਾੜਤਾ, ਹੂੰ। ਜਿਹਨੂੰ ਮਾਰੇ ਜਿਉਂਦਾ ਬੰਦਾ ਸਾੜਤਾ, ਤੇ 302 ਲੱਗੀ ਨਹੀਂ। ਉਹ ਲਾਈ ਨਹੀਂ ਦੱਸੋ। ਕਹਿੰਦੇ ਵੀ 302 ਕਿਉਂ ਨਹੀਂ ਲਾਈ? ਹੂੰ। ਤੇ ਫਿਰ ਸਰਕਾਰੀ ਵਕੀਲ ਬੋਲਦੇ ਆ ਜੀ ਪਹਿਲਾਂ ਪੋਸਟਮਾਰਟਮ ਕਰਾ ਲਈਏ ਫਿਰ ਲਾ ਦਿਆਂਗੇ। ਫੇਰ ਲਾ ਦੇਂਗੇ। ਲੈ ਦੱਸ। ਹੁਣ ਇਨਕੁਐਸਟ ਰਿਪੋਰਟ ਜਿਹੜੀ ਆਪਣੀ ਭਰੀ ਜਾਂਦੀ ਹੈ ਦਾਨੇਵਾਲੀਆ ਸਾਹਿਬ, ਜਿਹਨੂੰ ਆਪਾਂ ਕਹਿੰਦੇ ਹਾਂ ਪੰਚਨਾਮਾ। ਹੂੰ। ਹੂੰ। ਇਹ ਪੰਚਨਾਮਾ ਜਦੋਂ ਕੋਈ ਬੰਦਾ ਮਰਦਾ ਹੈ, ਉਹਦੀ ਡੈੱਡ ਬੋਡੀ ਲੈ ਕੇ ਹਸਪੀਟਲ ਦੇ ਵਿੱਚ ਆਉਂਦੇ ਹੈ, ਜਾਂ ਮੌਕੇ ਦੇ ਉੱਤੇ ਦੇਖਦੇ ਆ, ਉੱਥੇ ਸਾਰੀ ਚੀਜ਼ ਬੰਦੇ ਦੇ ਸਰੀਰ ਦਾ ਜਿਹੜਾ IO ਹੈ, ਆਈਓ ਦੇਖਦਾ, ਉਹਦਾ ਮੁਆਇਨਾ ਕਰਦਾ ਹੈ। ਉਹ ਦੇਖਦਾ ਉਹਦੇ ਕਿੰਨੀਆਂ ਸੱਟਾਂ ਕਿੱਥੇ ਵੱਜੀਆਂ, ਕੱਲੀ ਸੱਟ ਦਾ ਜ਼ਿਕਰ ਕਰਦਾ ਹੈ। ਉਹ ਦੇਖਦਾ ਇਹਦੀ ਨਬਜ਼ ਹੈ ਨਹੀਂ, ਕਿ ਉਹ ਲਿਖਦਾ। ਉਹ ਸਾਰੀਆਂ ਚੀਜ਼ਾਂ ਲਿਖ ਕੇ ਉਹਨੂੰ ਕਹਿੰਦੇ ਆ ਪੰਚਨਾਮਾ ਲੈ ਕੇ ਦੇ ਦੇ। ਫਿਰ ਪੰਚਨਾਮੇ ਦੇ ਮੁਤਾਬਕ ਜਿਹੜਾ ਉਹ ਪੰਚਨਾਮਾ ਆਪਦੇ ਕੋਲੇ ਡਾਕਟਰ ਨੂੰ ਫੜਾਤਾ, ਇੱਕ ਕਾਪੀ ਆਪਦੇ ਕੋਲੇ ਰਹੇਗੀ। ਉਹ ਤੋਂ ਬਾਅਦ ਜਿਹੜਾ ਪੋਸਟਮਾਰਟਮ ਕਰਨ ਵਾਲਾ ਡਾਕਟਰ ਹੈ, ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਉਹਦੇ ਕੱਪੜੇ ਉਤਾਰ ਦੇਣੇ ਮ੍ਰਿਤਕ ਦੇ, ਉਹਨੇ ਫਿਰ ਦੇਖਣਾ ਵੀ ਇਹਦੇ ਸੱਟਾਂ ਕਿੱਥੇ ਹੋਣੀ, ਤੇ ਇਹਦੀ ਮੌਤ ਦਾ ਕਾਰਨ ਕਿਹੜੀ ਸੱਟ ਹੈ। ਇਹ ਸਾਰੀਆਂ ਚੀਜ਼ਾਂ ਆਉਂਦੀਆਂ, ਤੇ ਜੇ ਉਹਦੇ ਵਿੱਚ ਕੰਟਰਾਡਿਕਸ਼ਨ ਆ ਜਾਏ ਤਾਂ ਬੰਦਾ ਬਰੀ ਵੀ ਹੋ ਜਾਂਦਾ ਜੀ ਕੇਸ ਹੁੰਦੇ। ਹੁਣ ਉਹ ਤੁਸੀਂ ਦੇਖੋ ਕਿ ਪੰਚਨਾਮਾ ਹੀ ਨਹੀਂ ਭਰਿਆ, ਇਹਦਾ ਮਤਲਬ ਹੈ ਕਿ ਬੰਦੇ ਦਾ ਜੇ ਉਹਦੇ 'ਚ ਜ਼ਿਕਰ ਹੀ ਨਹੀਂ ਕੀਤਾ ਕਿ ਉਹ ਮਰ ਗਿਆ, 302 ਨਹੀਂ ਲੱਗੀ, ਤਾਂ ਇਹਦਾ ਮਤਲਬ ਪੰਚਨਾਮਾ ਭਰਿਆ ਨਹੀਂ, ਉਹਦੇ 'ਚ ਗੜਬੜ ਹੈ। ਇਹ ਬੜੀਆਂ ਗੜਬੜਾਂ, ਔਰ ਇਹਦੇ 'ਚ ਮੇਰੇ ਖਿਆਲ ਮੁਤਾਬਕ ਇਹ ਅਨਰਥ ਬੜਾ ਪੈੜਾ ਹੋਇਆ। ਸ਼ਾਇਦ ਮਿਸਾਲੀ ਕੇਸ ਬਣ ਜੇ ਇਹ ਮਨੀਪੁਰ ਵਾਲਾ,
ਔਰ ਇਹ 'ਚ ਮਿਸਾਲੀ ਸਜ਼ਾ ਵੀ ਮਿਲ ਸਕਦੀ ਹੈ। ਜੀ ਤੇ ਉਧਰ ਢਿੱਲੋਂ ਸਾਹਿਬ ਜਿਹੜੀ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ, ਮੈਂ ਵੇਖ ਰਿਹਾ ਸੀਗਾ ਜਿਹੜਾ ਹੁਣ ਪਿੱਛੇ ਜੇ ਹਰਿਆਣਾ ਦਾ ਵਿਧਾਨ ਸਭਾ ਸੈਸ਼ਨ ਹੋਇਆ, ਬਜਟ ਸੈਸ਼ਨ, ਉਹਦੇ 'ਚ ਇੱਕ ਮੁਸਲਿਮ MLA ਹੈ ਉੱਥੋਂ ਦੇ ਮੇਵਾਤ ਏਰੀਏ ਦੇ ਮਮਨ ਖਾਨ ਜਿਹੜੇ ਨੇ, ਉਹ ਜਿਹੜੇ ਹੈ ਵੀ ਸਿੱਧਾ ਕਹਿ ਰਹੇ ਆ ਕਿ ਕਹਿੰਦੇ ਤੁਸੀਂ ਆ ਜਿਹੜਾ ਸੋਨੂ ਹੈਗਾ ਮੋਨੂ ਮਨੇਸਰ, ਇਹਨੂੰ ਕਹਿੰਦਾ ਖੁੱਲਾ ਛੱਡ ਰੱਖਿਆ। ਇਹਨੂੰ ਕਹਿੰਦਾ ਹਥਿਆਰ ਕਿਹਨੇ ਦਿੱਤੇ ਆ? ਕਹਿੰਦਾ ਹਥਿਆਰ ਇਹਨੂੰ ਕਿਸ ਤਰ੍ਹਾਂ ਦਿੱਤੇ? ਕਹਿੰਦਾ ਜਿਹੜੇ ਸਾਡੇ ਜਨੈਦ ਤੇ ਉਹ ਮੁੰਡਾ ਨਾਜ਼ਰ ਮਾਰੇ ਗਏ ਆ, ਵਾਰਿਸ ਮਾਰੇ ਗਏ ਆ, ਠੀਕ ਹੈ, ਉਹਨਾਂ ਨੂੰ ਕਹਿੰਦਾ ਕਤਲ ਕੀਤਾ। ਕਹਿੰਦਾ ਇਹਨੂੰ ਕੋਈ ਫੜ ਨਹੀਂ ਰਿਹਾ, ਕਰ ਨਹੀਂ ਰਿਹਾ, ਸ਼ਰੇਆਮ ਕਹਿੰਦਾ ਤੁਸੀਂ ਅੱਤਵਾਦੀ ਪੈਦਾ ਕਰ ਰੱਖਿਆ। ਕਹਿੰਦਾ ਉੱਥੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ। ਉਹਨਾਂ ਨੇ ਉਦੋਂ ਪਹਿਲਾਂ ਗੱਲ ਕਹਿਤੀ ਸੀ ਤੇ ਹੁਣ ਉਹ ਗੱਲਾਂ ਹੋ ਗਈਆਂ। ਤੇ ਕਰਦੇ ਕਰਾਉਂਦੇ ਢਿੱਲੋਂ ਸਾਹਿਬ ਤੁਸੀਂ ਇਹ ਦੇਖੋ ਕਿ ਟਾਰਗੇਟ ਕਰਕੇ ਜਿੰਨੇ ਵੀ ਮੁਸਲਿਮ ਹੈ, ਘੱਟ ਗਿਣਤੀ, ਆਪਾਂ ਸਿੱਧੇ ਕਹਿ ਦਿੰਦੇ ਮੁਸਲਿਮ ਕਵਾਂਗੇ ਘੱਟ ਗਿਣਤੀ, ਤੇ ਚਲੋ ਹੁਣ ਤਾਂ ਗੱਲ ਸਾਫ਼ ਹੋ ਗਈ। ਉਹਨਾਂ ਦੇ ਲੱਭ ਕੇ ਜਿਹੜੇ ਆ ਗੜਗਾਉਂ ਦੇ ਵਿੱਚ ਤੱਕ ਉਹਨਾਂ ਦੀਆਂ, ਇੱਕ ਵਿਚਾਰਾ ਗਰੀਬ ਬਜ਼ੁਰਗ ਸੀ, ਉਹ ਗੱਦੇ ਤੇ ਰਜਾਈਆਂ ਗਦੈਲੇ ਵੇਚਦਾ ਸੀ, ਉਹਦੇ ਖੋਖੇ ਨੂੰ ਅੱਗ ਲਾ ਕੇ ਐਨ ਮਿੱਟੀ ਸਵਾਹ ਕਰਤਾ ਉਹਨੂੰ ਜਮਾਂ ਦੇ। ਜਿਹੜੀ ਮਸਜਿਦ ਸਾੜੀ ਹੈ, ਮਸਜਿਦ ਦੇ ਜਿਹੜਾ ਸਹਾਇਕ ਇਮਾਮ ਸੀ ਜੀ, ਉਹ ਤਾਂ ਧਾਰਮਿਕ ਬੰਦਾ ਹੁੰਦਾ। ਹਾਂ ਆਪਾਂ ਗੁਰੂ ਘਰ ਦੇਖੀਏ, ਮੰਦਿਰ ਮਸਜਿਦ ਦੇਖੀਏ, ਇਹ ਜਿਹੜੇ ਉੱਥੇ ਜਿਹੜੇ ਸੇਵਾਦਾਰ ਹੈ, ਉਹਨੂੰ ਰਾਤ ਨੂੰ 12:50-55 ਮਿੰਟ ਦੇ ਉੱਤੇ ਉਸ ਬੰਦੇ ਨੂੰ ਕਤਲ ਕੀਤਾ। ਦੱਸੋ, ਉਹ ਹੈ ਟੋਟਲ ਜਿਹੜੇ ਹੈਗੇ ਆ, ਪਹਿਲਾਂ ਤਾਂ ਕਿ ਸੀ ਹੁਣ ਜਿਹੜੇ ਹੈਗੇ 6 ਬੰਦਿਆਂ ਦੀ ਮੌਤ ਹੋ ਗਈ। ਔਰ ਜਦੋਂ ਆਪਾਂ ਮੇਵਾਤ ਦੀ ਗੱਲ ਕਰਦੇ ਹਾਂ, ਮੈਂ ਤਾਂ ਹੈਰਾਨ ਹੈ ਇਸ ਗੱਲ ਦਾ ਵੀ 1947 ਦੇ ਵਿੱਚ ਜੀ ਜਦੋਂ ਭਾਰਤ ਆਜ਼ਾਦ ਹੋਇਆ ਜਾਂ ਇਹਦੀ ਡਿਵੀਜ਼ਨ ਹੋਈ ਹੈ, ਉਸ ਵੇਲੇ ਮੇਵਾਤ ਖੇਤਰ ਦੇ ਮੁਸਲਮਾਨਾਂ ਨੇ ਮਹਾਤਮਾ ਗਾਂਧੀ ਨੂੰ ਅਪਰੋਚ ਕੀਤਾ ਸੀ ਕਿ ਅਸੀਂ ਨਹੀਂ ਜਾਣਾਗਾ ਪਾਕਿਸਤਾਨ। ਔਰ ਉਹ ਜਿਹੜਾ ਮੇਵਾਤ ਦਾ ਇਲਾਕਾ ਹੈ, ਉਹ ਮੇਵਾਤ ਦਾ ਇਲਾਕਾ ਆਪਾਂ ਨੂੰ ਤਾਂ ਇਕੱਲਾ ਹੀ ਦਿਸੀ ਜਾਂਦਾ ਨਾ, ਨੂਹ ਵਗੈਰਾ, ਨਾ ਪੂਰਾ ਇਹ ਜਿਹੜਾ ਹੈਗਾ ਜੀ ਤੁਹਾਡਾ ਕੀ ਆ ਪਰੇ ਪਰਲੇ ਪਾਸੇ ਰਾਜਸਥਾਨ ਦਾ ਏਰੀਆ ਆ ਜਾਂਦਾ। ਰਾਜਸਥਾਨ ਦਾ ਕੀ ਉਹਦਾ ਨਾਂ ਹੈਗਾ? ਭਰਤਪੁਰ ਤੋਂ ਲੈ ਕੇ ਅਲਵਰ ਹੋ ਗਿਆ ਜੀ, ਅਲਵਰ ਵਗੈਰਾ ਸਾਰਾ, ਅਲਵਰ ਭਰਤਪੁਰ ਦਾ ਲੈ ਕੇ ਭਰਤਪੁਰ ਰਿਆਸਤ, ਹਾਂਜੀ, ਭਰਤਪੁਰ ਰਿਆਸਤ ਜਿਹੜੀ ਹੈ ਮੇਵਾਤ ਨਾਲ ਰਿਲੇਟਡ ਹੈ। ਔਰ ਨਾਲ ਤੁਹਾਡੇ ਜਿਹੜੇ ਹੈਗੇ ਆ ਯੂਪੀ ਦੇ ਵਿੱਚ ਵੀ ਕਾਫੀ ਇਲਾਕਾ ਹੈਗਾ, ਠੀਕ ਹੈ ਜੀ। ਇਹ ਸਾਰਾ ਜਿਹੜਾ ਇਹ ਉਹ ਇਲਾਕਾ ਸੀ ਤੇ ਇਹ ਉਹ ਮੁਸਲਮਾਨ ਸੀ ਜਿਹੜੇ ਉੱਥੇ ਰਹੇ ਸੀ। ਹੁਣ ਉਹਨਾਂ ਮੁਸਲਮਾਨਾਂ ਨੂੰ ਤਾਂ ਹਿੰਦੂ ਵਰਗੇ ਮੁਸਲਮਾਨ ਹੈ, ਔਰ ਜ਼ਿਆਦਾਤਰ ਉਹਨਾਂ 'ਚ ਉਹ ਹੈ ਜਿਹੜੇ ਕਨਵਰਟ ਹੋਏ। ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਟਾਰਗੇਟ ਕੀਤਾ, ਇੰਨਾ ਕੁਛ ਕੀਤਾ ਕਰਾਇਆ। ਔਰ ਇਹ ਵਾਕਈ ਠੀਕ ਹੈ ਕਿ ਜਿਹੜੇ ਬੰਦੇ ਨੂੰ ਜਿਉਂਦੇ ਬੰਦਿਆਂ ਨੂੰ ਜਿਹੜਾ ਹੈਗਾ ਸਾੜਨ ਦਾ ਜਿਹਦੇ ਤੇ ਇਲਜ਼ਾਮ ਹੋਵੇ, ਜਿਹਦੀ ਇੱਕ ਸਟੇਟ ਨੂੰ ਡਿਮਾਂਡ ਹੋਵੇ ਵੀ ਸਾਨੂੰ ਇਹ ਬੰਦਾ ਚਾਹੀਦਾ ਹੈ, ਤੇ ਉਹ ਸਾਰੀਆਂ 4-5 ਸਟੇਟਾਂ ਦੇ ਵਿੱਚ ਗਊ ਰੱਖਿਅਕ ਦੇ ਨਾਂ ਦੇ ਉੱਤੇ ਬੰਦਾ ਘੁੰਮਦਾ ਹੈ ਤੇ ਪੁਲਿਸ ਦੱਸੋ ਕੀ ਕਰਦੀ? ਜੇ ਹੁਣ ਸਹੀ ਮਾਇਨੇ ਦੇ ਵਿੱਚ, ਜਿਵੇਂ ਆਪਾਂ DY ਚੰਦਰਾਚੂੜ ਸਾਹਿਬ ਦੀ ਗੱਲ ਕੀਤੀ ਹੈ ਕਿ ਜਿੰਨੇ ਵੀ ਬੰਦੇ ਉਹਦੇ ਸੰਪਰਕ ਵਿੱਚ ਆਉਂਦੇ ਹੈ, ਜਿਨ੍ਹਾਂ ਥਾਣਿਆਂ 'ਚ ਉਹ ਰਹਿੰਦਾ ਇਹ ਤਾਂ ਚਾਹੀਦਾ ਤਾਂ ਹੈ ਵੀ ਉਹਨਾਂ ਜ਼ਿਲ੍ਹਿਆਂ ਦੇ ਕਪਤਾਨ ਤੇ ਸਾਰੇ ਸਭ ਨੂੰ ਪ੍ਰੋਸੀਕਿਊਟ ਕਰਨਾ ਚਾਹੀਦਾ। ਬਿਲਕੁਲ ਵੀ ਇੱਕ ਉਹ ਬੰਦਾ ਜਿਹੜੀ ਉਹਦੀ ਬਦੌਲਤ ਹੀ ਸਾਰਾ ਕੁਛ ਹੋਇਆ। ਉਹਦੀ ਦਾਨੇਲੀਆ ਸਾਹਿਬ ਬਹੁਤ ਸਾਰੀਆਂ ਗੱਲਾਂ ਉਹ ਹੈ ਜਿਹੜੀਆਂ ਆ ਨਹੀਂ ਸਕਦੇ। ਉਹਨੇ ਜਦੋਂ ਪਾਈ ਹੈ ਨਾ, ਪੋਸਟ ਪਾਈ ਹੈ ਕਿ ਹਿੰਦੂ ਭਰਾਵੋ ਜਿਹੜੀ ਹੈਗੀ ਹੈ ਮਾਰਚ ਨਿਕਲਣਾ ਜਾਂ ਯਾਤਰਾ ਨਿਕਲਣੀ ਹੈ ਤੇ ਹਮਾ ਕੇ ਆਓ, ਤਾਂ ਮੈਂ ਵੀ ਆਪਦੀ ਟੀਮ ਨਾਲ ਆ ਰਿਹਾ। ਉਹਦੇ ਵਿੱਚ ਬਹੁਤ ਕਲਲੇ ਸ਼ਬਦ ਲਿਖੇ ਕਿ ਮੁਸਲਮਾਨੋ ਤੁਹਾਡਾ ਫਲਾਨਾ ਆ ਰਿਹਾ ਹੈ, ਤੇ ਉਹਦਾ ਫਿਰ ਪ੍ਰਤੀਕਰਮ ਹੋਇਆ। ਉਹਨਾਂ ਦਾ ਪ੍ਰਤੀਕਰਮ ਕਹਿੰਦੇ ਆ ਜਾ, ਹੁਣ ਲਾਸ਼ ਹੀ ਜਾਊਗੀ। ਜਦੋਂ ਤੁਸੀਂ ਕਿਸੇ ਦੀ ਧੀ ਭੈਣ ਤੇ ਪਤੀ ਬਣੋਗੇ ਵੀ ਤੁਹਾਡਾ ਮੈਂ ਭਣੋਈਆ ਆ ਰਿਹਾ, ਜੀਜਾ ਆ ਰਿਹਾ, ਮਤਲਬ ਇਹ ਬਣ ਕੇ ਕਿਹਾ ਵਾ, ਉਹਦੇ ਤੋਂ ਫਿਰ ਸਾਰਾ ਮਾਮਲਾ ਭੜਕਿਆ ਵਾ। ਔਰ ਉਹਨੂੰ ਅਜੇ ਤੱਕ ਉਹਦੇ ਤੇ ਹੁਣ ਤੁਸੀਂ ਦੇਖੋ ਕੰਟਰਡਿਕਸ਼ਨ ਆ ਗਈ ਵਿਦਨ। ਜਿਹੜੇ ਮਨੋਹਰ ਲਾਲ ਖੱਟਰ ਹੈ ਉਹ ਤਾਂ ਇਹ ਕਹਿੰਦੇ ਆ ਜੀ ਇਹ ਤਾਂ ਚੰਗੀ ਭਲੀ ਸ਼ਾਂਤੀਪੂਰਵਕ ਯਾਤਰਾ ਸੀ ਤੇ ਹਮਲਾ ਕਰਤਾ ਸਾਜ਼ਿਸ਼ਕਾਰੀਆਂ ਨੇ। ਤੇ ਜਿਹੜਾ ਆਪਣਾ ਡਿਪਟੀ ਮੁੱਖ ਮੰਤਰੀ ਹੈ ਉੱਥੋਂ ਦਾ, ਕੀ ਕਹਿੰਦੇ ਵਿਜ ਨਹੀਂ ਜੀ, ਵਿਜ ਤਾਂ ਗ੍ਰਹਿ ਮੰਤਰੀ ਹੈ, ਚਟਾਲਿਆ ਦਾ ਮੁੰਡਾ, ਆਹੋ ਦੁਸ਼ਯੰਤ ਚਟਾਲ, ਉਹ ਕਹਿੰਦਾ ਵੀ ਇਹ ਪੂਰੀ ਬਦਮਾਸ਼ੀ ਹੈ। ਇਹ ਕਿਹਨਾਂ ਨੇ ਕਿਵੇਂ ਮਨਜ਼ੂਰੀ ਹੋਈ, ਕੀ ਕੁਛ ਹੋਇਆ, ਕਿਵੇਂ ਕੀਤਾ, ਰੋਕਿਆ ਉਹਨੂੰ ਕਿਉਂ ਨਹੀਂ? ਇਹਦੀ ਜਾਂਚ ਦੀ ਲੋੜ ਹੈ। ਕੰਟਰਡਿਕਸ਼ਨ ਆ ਗਈ, ਉਹਨਾਂ ਦੀ ਕੰਟਰਡਿਕਸ਼ਨ ਹੋਣੀ ਕਿਉਂਕਿ ਜਿਹੜੀ ਮਨੋਹਰ ਲਾਲ ਖੱਟਰ ਦੀ ਅਪਰੋਚ ਆ ਹੋਰ ਹੈ ਵੋਟਾਂ ਲੈਣ ਵਾਸਤੇ, ਉਹਦੀ ਹੋਰ ਹੈ। ਉਹਨਾਂ ਦਾ ਵੋਟ ਬੈਂਕ ਹੋਰ ਹੈ, ਉਹਨਾਂ ਦਾ ਵੋਟ ਬੈਂਕ ਹੋਰ ਹੈ। ਔਰ ਮੈਨੂੰ ਲੱਗਦੀ ਹੈ ਕਿ ਇਹ ਨਾ ਹੋਵੇ ਕਿ ਵਕਤ ਤੋਂ ਪਹਿਲਾਂ ਇੱਥੇ ਪੜਾਕਾ ਪੈ ਜੀ। ਇਹ ਤਾਂ 2024 ਵਾਸਤੇ ਕਰਦੇ ਆ ਨਾ ਵੀ ਉਦੋਂ ਬਾਅਦ ਮਤਲਬ ਵੀ 2024 ਵੀ ਜਿੱਤ ਲਈਏ ਤੇ ਵਿਧਾਨ ਸਭਾ ਵੀ ਦੁਬਾਰਾ ਜਿੱਤ ਲਈਏ ਤੇ ਕਿਤੇ ਵਿਧਾਨ ਸਭਾ ਪਹਿਲਾਂ ਹੀ ਨਾ ਟੁੱਟ ਭੱਜ ਹੋ ਸਕਦਾ ਹੈ। ਜੀ। ਤੇ ਹੁਣ ਆਪਾਂ ਗੱਲ ਕਰੀਏ ਜੀ, ਮੈਂ ਰਾਘਵ ਚੱਢਾ ਜੀ ਦਾ ਇੱਕ ਟਵੀਟ ਪੜ੍ਹ ਰਿਹਾ ਸੀ। ਕਹਿੰਦੇ ਜੀ ਅਸੀਂ ਜਦੋਂ ਲੋਕ ਸਭਾ 'ਚ ਬੋਲਦੇ ਹਾਂ ਸਾਡੇ ਤੇ ਕੈਮਰੇ ਨਹੀਂ ਲਾਉਂਦੇ, ਆਪ ਜਿਹੜੇ ਆ ਸੱਤਾਧਾਰੀਆਂ ਤੇ ਕੈਮਰੇ ਰਹਿੰਦੇ ਆ
ਤੇ ਸੁਖਪਾਲ ਸਿੰਘ ਖਹਿਰਾ ਨੇ ਪਾਤਾ ਬਈ ਆ ਮੈਂ ਪਿੱਟੀ ਜਾਂਦਾ, ਇਹ ਤੂੰ ਉੱਥੇ ਪਿੱਟਦਾ, ਮੈਂ ਕਹਿੰਦੇ ਵਿਧਾਨ ਸਭਾ 'ਚ ਪਿੱਟਦਾ ਵੀ ਸਾਡੇ ਦੇ ਕੈਮਰੇ ਤੁਸੀਂ ਨਹੀਂ ਲਾਉਂਦੇ। ਤੇ ਰੌਲਾ ਰੱਪਾ ਦਾ ਜਿਹੜਾ ਉੱਥੇ ਵਿਧਾਨ ਸਭਾ ਲੋਕ ਸਭਾ 'ਚ ਪਿਆ ਵੀ ਦਿੱਲੀ ਸੇਵਾ ਬਿੱਲ ਆ ਜਿਹੜਾ ਉਹ ਲੋਕ ਸਭਾ 'ਚ ਪੇਸ਼ ਹੋ ਗਿਆ। ਉਹ ਪੇਸ਼ ਤਾਂ ਹੋ ਗਿਆ ਜੀ, ਹੁਣ ਉਹਦੇ ਤੇ ਹੋਣੀ ਹੈ, ਵੈਸੇ ਮੇਰਾ ਖਿਆਲ ਹੈ ਪੇਸ਼ ਵੀ ਹੋ ਗਿਆ ਤੇ ਪਾਸ ਵੀ ਹੋ ਜਾਣੇ। ਹਾਂਜੀ, ਉਹ ਤਾਂ ਹੋਣਾ ਹੀ ਹੋਣਾ ਹਾਂ, ਕਿਉਂਕਿ ਉਹਨਾਂ ਨੇ ਇੰਨਾ ਕਾਬ ਦਾ ਜੁਗਾੜ ਫਿੱਟ ਕਰ ਲਿਆ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਰਾਘਵ ਚੱਡੇ ਦੀ, ਰਾਘਵ ਚੱਡਾ ਸਾਹਿਬ ਨੂੰ ਕਹਿੰਦੇ ਆ ਜੀ ਸੁਪਰ ਚੀਫ ਮਿਨਿਸਟਰ ਕਹਿੰਦੇ ਆ ਪੰਜਾਬ ਦਾ। ਹਾਂਜੀ ਹਾਂਜੀ। ਤੇ ਸਾਡੇ ਚੀਫ ਮਿਨਿਸਟਰ ਸਾਹਿਬ ਵੈਸੇ ਥੋੜਾ ਜਿਹਾ ਉਹਨਾਂ ਨੇ ਦਿਖਾਇਆ ਹੁਣ ਆਪਦਾ ਦਮਖਮ ਜਾਂ ਥੋੜਾ ਇੱਕ ਤਾਂ ਉਹ ਕੋਠੀ ਜਿਹੜੀ ਸੀ 50 ਨੰਬਰ ਉਹਦੇ ਵਿੱਚ ਕਹਿੰਦੇ ਜੀ ਰੱਖ ਲਏ ਸੀ ਲੈ ਕੇ ਝੋਲੇ ਝਾਲੇ ਜੇ। ਅੱਛਾ ਜੀ। ਉਹ ਵੀ ਚੁਕਵਾਤੇ, ਫਿਰ ਕੋ ਬਣਾ ਰਹੇ ਸੀ ਸਲਾਹਕਾਰ ਕੌਂਸਲ ਜੀ। ਅੱਛਾ, ਉਹ ਵੀ ਉਹਦਾ ਉਹ ਜਿਹੜਾ ਸੀਗਾ ਵੀ ਨੋਟੀਫਿਕੇਸ਼ਨ ਕਰਨਾ ਸੀ ਉਹ ਵੀ ਰੋਕਤਾ ਸੀ। ਤੇ ਅਸਾਈਟ ਕਰਦੇ ਆ ਵੀ ਭਾਈ ਹਾਂ ਮੈਂ ਹੈਗਾ ਮੁੱਖ ਮੰਤਰੀ। ਆਪਾਂ ਕੱਲ ਵੀ ਗੱਲ ਕਹੀ ਸੀ ਕਿ ਮੁੱਖ ਮੰਤਰੀ ਬਣ ਕੇ ਦਿਖਾਓ ਤੁਸੀਂ ਜੀ। ਪਰ ਸਾਡੇ ਮੁੱਖ ਮੰਤਰੀ ਸਰ ਰਾਘਵ ਚੱਡਾ ਸਹਿ ਇੰਚਾਰਜ ਤਾਂ ਹੈਗਾ ਹੀ ਹੈਗਾ। ਵੈਸੇ ਤਾਂ ਇੰਚਾਰਜ ਹੀ ਹੈ, ਜਰਨੈਲ ਸਿੰਘ ਦਾ ਵਿਚਾਰਾ ਮਤਲਬ ਇੱਕ ਉਹ ਦਿਖਾਵੇ ਦੇ ਪਾਵਰਫੁਲ ਤਾਂ ਸਾਰਾ ਇਹੀ ਹੈ। ਤੁਹਾਡੇ ਯਾਦ ਹੋਣਾ ਜਦੋਂ ਅਸੈਂਬਲੀ ਦੇ ਵਿੱਚ ਕੁਝ ਕੁਐਸਚਨ ਰੇਜ਼ ਕੀਤੇ ਸੀ ਜੀ ਖਹਿਰੇ ਨੇ, ਤੇ ਨਾਲ ਦੀ ਨਾਲ ਹੀ ਕਹਿਤਾ ਸੀ ਭਗਵੰਤ ਮਾਨ ਨੇ ਵੀ ਮੈਂ ਇਹਦੀ ਗੱਲ ਦਾ ਜਵਾਬ ਨਹੀਂ ਦੇਣਾ। ਹਾਲਾਂਕਿ ਹਾਊਸ ਦੇ ਅੰਦਰ ਜੇ ਕੋਈ ਐਮਐਲਏ ਆਪਣਾ ਮਾਮਲਾ ਉਠਾਉਂਦਾ ਹੈ ਜੀ ਤਾਂ ਚੀਫ ਮਿਨਿਸਟਰ ਨੂੰ ਜਾਂ ਸੰਬੰਧਿਤ ਮੰਤਰੀ ਨੂੰ ਤਾਂ ਜਵਾਬ ਦੇਣਾ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਕੱਲੇ ਬੰਦੇ ਦਾ ਜਵਾਬ ਦਿੰਦਾ ਹੁੰਦਾ ਸੀ। ਆਪਾਂ ਕੱਲ ਜ਼ਿਕਰ ਕੀਤੀ ਸੀਗੀ ਕਿ ਚਾਈਨਾ ਦੇ ਜੰਗ ਵੇਲੇ ਪੰਡਿਤ ਨਹਿਰੂ ਨੇ ਬੜੇ ਔਖੇ ਮਨ ਦੇ ਨਾਲ ਕੱਲੇ ਐਮਪੀ ਦਾ ਜਵਾਬ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਕੱਲੇ ਐਮਐਲਏ ਦਾ ਜਵਾਬ ਦਿੰਦਾ ਰਹੇ। ਤੇ ਇੱਕ ਸਟੇਜ ਤਾਂ ਇਹ ਆ ਗਈ ਸੀ ਜਦੋਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਸਪੀਕਰ ਸਾਹਿਬ ਨੂੰ ਕਹਿੰਦਾ ਇਹਨਾਂ ਨੂੰ ਸੱਦਾ ਹੀ ਨਾ ਕਰੋ ਜੀ। ਹਾਂਜੀ, ਵਿਧਾਨ ਸਭਾ ਚ ਸੱਦਾ ਨਾ ਕਰੋ ਵੀ ਇਹਨਾਂ ਨੂੰ ਵੜਨ ਨਹੀਂ ਦਿਓ, ਪਹਿਲੇ ਬਾਹਰ ਹੀ ਕੱਢ ਦਿਓ। ਤੁਸੀਂ ਤਾਂ ਭਾਈ ਕੱਲਾ ਇਹ ਹੈ ਵੀ ਤੁਹਾਡੇ ਜਿਹੜੇ ਆਪਣੇ ਚੋਪੜੇ ਜਿਹੇ ਚਿਹਰੇ ਆ ਇਹ ਨਹੀਂ ਲੋਕਾਂ ਨੂੰ ਦਿਖਾਉਂਦੇ। ਇੱਥੇ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਮਾਰਸ਼ਲਾਂ ਦੇ ਰਾਹੀਂ ਬਾਹਰ ਹੀ ਰੋਕ ਲਿਆ ਕਰੋ ਲਿਆ ਕੇ। ਬਿਲਕੁਲ ਠੀਕ ਹੈ, ਉਹਦੇ ਤੇ ਜੀ ਆਪਦੇ ਵਾਲਾ ਟਾਈਮ ਵੀ ਯਾਦ। ਇਹ ਜਿਹੜਾ ਬਿੱਲ ਹੈ ਜੀ ਇਹਦੇ ਵਿੱਚ ਕੀ ਅਸਰ ਕੀ ਪਊਗਾ? ਜਿਵੇਂ ਸਾਰਾ ਗੱਲ ਆਪਾਂ ਕਹਿੰਦੇ ਇਹ ਤੇ ਅਸਰ ਤਾਂ ਇਹੀ ਪੈਣਾ ਕਿ ਜਿਹੜੀ ਹੈਗੀ ਹੈ ਫਿਰ ਜਿਹੜੀ, ਕਿਉਂਕਿ ਅਸਲ ਤਾਂ ਅਲਟੀਮੇਟਲੀ ਦਾ ਫੈਸਲਾ ਹੋਣਾ ਅਦਾਲਤ 'ਚ ਜੀ। ਪਹਿਲਾਂ ਹੀ ਇਹਨਾਂ ਨੇ ਉਹ ਚੁਣੌਤੀ ਦਿੱਤੀ ਹੋਈ ਹੈ ਕਿਉਂਕਿ ਅਦਾਲਤ ਨੇ ਪਹਿਲਾਂ ਇਹ ਫੈਸਲਾ ਕਰਤਾ ਸੀ ਜੀ ਕਿ ਜਿਹੜੀਆਂ ਸਰਵਿਸਿਜ਼ ਹੈ ਜਿਹੜੀਆਂ ਟਰਾਂਸਫਰ ਹੈ ਉਹ ਸਟੇਟ ਗਵਰਨਮੈਂਟ ਕੋਲੇ ਰਹਿਣਗੀਆਂ ਜੀ। ਉਹਦੇ ਤੇ ਇਹਨਾਂ ਨੇ ਆਰਡੀਨੈਂਸ ਕਰਤਾ ਸੀ ਨਹੀਂ ਜੀ। ਆਰਡੀਨੈਂਸ ਨੂੰ ਹੁਣ ਜੇ 6 ਮਹੀਨੇ ਦੇ ਵਿੱਚ ਉਹਦੇ ਤੇ ਬਿੱਲ ਨਾ ਬਣਵਾਉਣਗੇ, ਕਾਨੂੰਨ ਨਾ ਬਣਵਾਉਣਗੇ ਤਾਂ ਫਿਰ ਉਹ ਆਰਡੀਨੈਂਸ ਖਤਮ ਹੋ ਜਾਣਾ ਜੀ। ਉਹਦੇ ਰਾਹੀਂ ਇਹਨਾਂ ਨੇ ਸਾਰੀਆਂ ਪਾਵਰਾਂ ਜਿਹੜੀਆਂ ਹੈਗੀਆਂ ਉਹ ਬਿਊਰੋਕ੍ਰੇਸੀ ਕੋਲੇ ਤੇ ਲੈਫਟੀਨੈਂਟ ਗਵਰਨਰ ਨੂੰ ਦੇ ਰਹੇ ਜੀ। ਮੁੱਖ ਮੰਤਰੀ ਮਤਲਬ ਜਿਹੜਾ ਹੈਗਾ ਉਹਦੇ ਕੋਲੇ ਕੋਈ ਟਰਾਂਸਫਰ ਦੀ ਪਾਵਰ ਨਹੀਂ ਰਹਿਣੀ, ਖਾਸ ਕਰਕੇ ਅਫਸਰਾਂ ਦੀ ਜੀ। ਜਿਹੜੇ ਆਈਐਸ ਅਫਸਰ ਜਿਨ੍ਹਾਂ ਨੇ ਨੀਤੀਆਂ ਬਣਾਉਣੀਆਂ, ਨੀਤੀ ਘਾੜੇ ਉੱਥੇ ਫਿਰ ਜੇ ਹੁਣ ਮੁੱਖ ਮੰਤਰੀ ਕੀ ਕਰੂਗਾ ਜੇ ਉਹਦੇ ਆਫੀਸਰ ਉਹਦੇ ਮੁਤਾਬਕ ਨਾ ਚੱਲਣ ਵਾਲੇ ਲਾਤੇ, ਉਹਦੇ ਉਲਟ ਚੱਲਣ ਵਾਲੇ ਲਾਤੇ, ਫਿਰ ਕੀ ਕਰਨਾ? ਕਿਉਂਕਿ ਪੋਲੀਟੀਕਲ ਫੈਸਲੇ ਜਿਹੜੇ ਹੈਗੇ ਕੈਬਨਿਟ ਨੇ ਲੈਣੇ ਹੁੰਦੇ ਆ, ਕੈਬਨਿਟ ਨੇ ਇੰਪਲੀਮੈਂਟ ਤਾਂ ਫਿਰ ਅਫਸਰਾਂ ਨੇ ਕਰਨਾ ਤੇ ਉਹ ਹੋਣਗੇ ਕਿਵੇਂ ਲਾਗੂ? ਇਹ ਮਾਮਲਾ ਜਿਹੜਾ ਇੱਥੇ ਰੁਕਦਾ ਨਹੀਂ ਕਿਉਂਕਿ ਉਹਨਾਂ ਕੋਲੇ ਸਮਾਨ ਇੰਨਾ ਕੁ ਹੋ ਗਿਆ ਜੀ। ਦੋ ਤਰ੍ਹਾਂ ਹੋਰ ਹੈ। ਪਹਿਲਾਂ ਤਾਂ ਇਹ ਸੀ ਕਿ ਇਹ ਲੋਕ ਸਭਾ ਦੇ ਵਿੱਚ ਤਾਂ ਬਹੁਮਤ ਸੀ, ਰਾਜ ਸਭਾ 'ਚ ਇਹਨਾਂ ਕੋਲੇ ਬਹੁਮਤ ਹੈ ਨਹੀਂ ਸੀ। ਆਪਣਾ ਵਿਚਾਰਾ ਆਪਣੇ ਵਾਲਾ ਹੈਲੀਕਾਪਟਰ ਦਾ ਤੇਲ ਤਾਂ ਬਹੁਤ ਫੂਕਿਆ ਗਿਆ ਵੀ ਕਦੇ ਉਹਨੂੰ ਕਿਤੇ ਲੈ ਕੇ ਜਾਂਦੇ, ਕਦੇ ਕਿਤੇ ਲੈ ਕੇ ਜਾਂਦੇ। ਪਰ ਹੁਣ ਦੋ ਧਿਰਾਂ ਜਿਹੜੀਆਂ ਕੰਧ ਤੇ ਬੈਠੀਆਂ ਸੀ ਜੀ, ਇੱਕ ਤਾਂ ਤੁਹਾਡੀ ਉਹ YSR ਕਾਂਗਰਸ ਆਂਧਰਾ ਪ੍ਰਦੇਸ਼ ਵਾਲੀ, ਉਹਨਾਂ ਦੇ ਮੁੱਖ ਮੰਤਰੀ ਨੇ ਕਹਿਤਾ ਜੀ ਅਸੀਂ ਇਹਨਾਂ ਦੀ ਮਦਦ ਕਰਾਂਗੇ। ਤੇ ਹੁਣ ਉਹਨੇ ਵੀ ਕਹਿਤਾ ਆਪਣੇ ਉੜੀਸਾ ਵਾਲੇ ਨਵੀਨ ਪਟਨਾਇਕ ਨੇ ਜੀ ਕਿ ਜੀ ਅਸੀਂ ਸਰਕਾਰ ਦੇ ਹੱਕ 'ਚ ਭੁਗਤਾਂਗੇ। ਤੇ ਹੁਣ ਰਾਜ ਸਭਾ ਦੇ ਵਿੱਚ ਵੀ ਉਹਨਾਂ ਕੋਲੇ ਜਿਹੜੀ ਜਿੰਨੀ ਮੈਜੋਰਿਟੀ ਚਾਹੀਦੀ ਹੈ ਸੀ ਉਹ ਤੋਂ 1-2 ਵੋਟਾਂ ਵੱਧ ਹੈ ਜੀ, ਉੱਥੋਂ ਇਹ ਪਾਸ ਕਰਵਾ ਲੈਣਗੇ। ਪਰ ਮੇਰੇ ਖਿਆਲ ਮੁਤਾਬਕ ਹੈ ਵੀ ਸੁਪਰੀਮ ਕੋਰਟ ਦੇ ਵਿੱਚ ਇਹਦਾ ਫੈਸਲਾ ਜਿਹੜਾ ਹੈਗਾ ਉਹ ਨਿਪਟਾਰਾ ਉੱਥੇ ਹੀ ਹੋਣਾ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਸੰਵਿਧਾਨਕ ਬੈਂਚ ਕੋਲੇ ਹੈ। ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਕਾਨੂੰਨ ਬਣਾ ਦੇਣਗੇ ਜੀ। ਇਹੀ ਕਾਰਨ ਹੈ ਕਿ ਉਹਨਾਂ ਨੇ ਸੰਵਿਧਾਨਕ ਬੈਂਚ ਨੂੰ ਰੈਫਰ ਕਰਤਾ ਸੀਗਾ। ਹੁਣ ਇਹਨਾਂ ਨੇ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਅਮੈਂਡਮੈਂਟਸ ਵੀ ਕੀਤੀਆਂ ਜੀ। ਜਿਹੜੇ ਨੁਕਤੇ ਕੇਜਰੀਵਾਲ ਦੀ ਸਰਕਾਰ ਨੇ ਲਏ ਹੋਏ ਆ, ਜੇ ਤਾਂ ਡਿਟੇਲ ਕੱਲ੍ਹ ਨੂੰ ਆਊਗੀ ਉਹਦੇ 'ਚ ਕੀ ਹੈ, ਜਿਹੜੇ ਇਹਨਾਂ ਨੇ ਨੁਕਤੇ ਲਏ ਉਹਨਾਂ ਨੁਕਤਿਆਂ ਨੂੰ ਮਤਲਬ ਜਿਹੜਾ ਹੈਗਾ ਬੇਅਰਥ ਕਰਨ ਵਾਸਤੇ ਕਿ ਇਹ ਤਾਂ ਬੇਕਾਰ ਹੈ ਜੀ, ਅਸੀਂ ਤਾਂ ਦੇਖੋ ਜੋ ਪ੍ਰਬੰਧ ਕੀਤਾ ਥੋੜ੍ਹੀ ਬਹੁਤੀ ਕੀਤੀ ਹੈ। ਪਰ ਕੁੱਲ ਮਿਲਾ ਕੇ ਪਾਵਰਾਂ ਜਿਹੜੀਆਂ ਲੈਫਟੀਨੈਂਟ ਗਵਰਨਰ ਤੇ ਬਿਊਰੋਕ੍ਰੇਸੀ ਕੋਲ ਜੀ। ਸੋ ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਪੂਰੇ ਦੇ ਨਾਲ। ਸ਼ਮਾਦਾਨ।